श्री गुरु पग निरकोट वाहिगुरु जी का खालसा वाहिगुरु जी की फतेह। परम प्रीतवान सतगुरु जी की साजी नवाजी गुरु प्यारे गुरु सवारी साध संगत जीओ। पातक पावन भगत वत्सल किरपा के खजाने जुगो जुग अटल धन धन साहिब श्री गुरु ग्रंथ साहिब महाराज सच्चे पातशाह जी की पावन पवित्र हजूरी अंदर गुरुद्वारा शहीद बाबा निहाल सिंह जी नगर तलन विखे संध्या के दीवान के सजे हुए सत्संग दे विच आप माई भाई सारे आप रल मिल के लाहा प्राप्त कर रहे हाँ। सतगुरु सच्चे पातशाह जी के पावन पवित्र स्थान के उत्ते संध्या के दीवान विच जिवें निता प्रति लड़ीवार सतगुरु नानक देव जी महाराज सच्चे पातशाह जी के जीवन इतिहास की कथा विचारी जाती है। इस मंच तो इस समय कथा होंदी है, उस कथा के दीवान विच आप हाज़रियां भर रहे हैं। सो आओ बड़े प्यार के नाल गुरु चरणों में जुड़ के बैठो। बीबी जी तुहाडा की गवाचिया? जे नहीं सुनना तो उठ के चले जाओ, बाकियां नूं तो सुन दो ना बह के। पता नहीं साड़ियां गल्लां इन्नियां किन्नियां क जरूरी आ। गुरु घर आके भी साडे मन नूं शांति नहीं मिलती। इत्थे बैठ के भी असीं कोई 5-10 मिनट बैठ के जिहड़ा लाहा प्राप्त करना हुंदा वो प्राप्त नहीं कर सकते। सतगुरु की बाणी के वचन हैं, कूड़ी रास कूड़ा व्यापार कूड़ बोल करहै आहार। उही जिहड़ा कूड़ा घरां दे विच आपां बोलदे हैं, आम दुनियावी गल्लां संसार में विचरते हुए बोलते हैं, उही गुरदरबार में आके करी जाणियां। किन्नी कुछ सियाणप वाली गल है। सो बड़े प्यार दे नाल सारे गुरु चरणों के विच एकाग्रता के सहित जुड़ के बैठो। जिहड़े रोजाना के स्रोते सुनने वाले आ, कम से कम उन्हां दे रस विच विघन ना पाया जावे। आओ 2 मिनट आप पहला सिमरन दे विच जुड़िए, उस तो बाद आप कथा की आरंभता करांगे। सारे ध्यान नूं एकाग्र करो, प्यार दे नाल बोलो सतनाम वाहिगुरु 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 सतनाम वाहिगुरु। आओ गुरु प्यारिओ, सतगुरु सच्चे पातशाह जी के इस पावन पवित्र स्थान के उत्ते सतगुरु नानक देव महाराज सच्चे पातशाह जी के पवित्र जीवन की
ਲੜੀਵਾਰ ਕਥਾ ਚੱਲ ਰਹੀ ਹੈ। ਨਿੱਤਾ ਪ੍ਰਤੀ ਆਪਾਂ ਰਲ ਮਿਲ ਕੇ ਸਤਿਗੁਰੂ ਜੀ ਦਾ ਸੋਹਣਾ ਜੀਵਨ ਉਪਦੇਸ਼ ਵਿਚਾਰਦੇ ਹਾਂ। ਬੀਤੇ ਕੱਲ੍ਹ ਜਿਸ ਪ੍ਰਸੰਗ ਦੀ ਸਮਾਪਤੀ ਹੋਈ ਹੈ, ਤਿਸ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਰਦ ਦੀ ਘਰਵਾਲੀ ਕਲਾ ਨੂੰ ਬਖਸ਼ਿਆ, ਨਾਰਦ ਮੁਨੀ ਨੂੰ ਸ਼ੁਭ ਉਪਦੇਸ਼ ਦਿੱਤਾ। ਇਸ ਪ੍ਰਕਾਰ ਗੁਰੂ ਕੇ ਸਿੱਖਾਂ ਦੇ ਵੱਲੋਂ ਪ੍ਰਸ਼ਨ ਕਰਨ ਦੇ ਉੱਤੇ ਭਾਈ ਬਾਲਾ ਜੀ ਨੇ ਯਥਾ ਯੋਗ ਸਿੱਖ ਸੰਗਤਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ ਕਿ ਸਤਿਯੁਗ ਦੇ ਵਿੱਚ ਪ੍ਰਾਣਾਯਾਮ ਕੀਤਾ ਜਾਂਦਾ ਸੀ ਤੇ ਨਾਲ ਨਾਮ ਜਪਿਆ ਜਾਂਦਾ ਸੀ। ਤ੍ਰੇਤੇ ਦੇ ਵਿੱਚ ਜਗ ਕੀਤੇ ਜਾਂਦੇ ਸਨ ਅਤੇ ਨਾਲ ਨਾਮ ਜਪਿਆ ਜਾਂਦਾ ਸੀ। ਦੁਆਪਰ ਯੁੱਗ ਦੇ ਵਿੱਚ ਪੂਜਾ ਅਰਚਨਾ ਹੁੰਦੀ ਸੀ ਤੇ ਨਾਮ ਜਪਿਆ ਜਾਂਦਾ ਸੀ। ਕਲਯੁੱਗ ਦੇ ਵਿੱਚ ਬਾਕੀ ਸਾਰੇ ਕਰਮ ਕਾਂਡਾਂ ਨੂੰ ਛੁਡਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੇਵਲ ਵਾਹਿਗੁਰੂ ਦਾ ਨਾਮ ਜਪਣ ਦੀ ਹੀ ਸਿੱਖਿਆ ਗੁਰੂ ਕੀ ਸੰਗਤ ਨੂੰ ਦਿੱਤੀ ਹੈ। ਔਰ ਉਹ ਵੈਦ ਦਾ ਪ੍ਰਮਾਣ ਦੇ ਕੇ ਆਖਿਆ, ਜਿਵੇਂ ਉਹਦੇ ਕੋਲੇ ਵੈਦ ਕੋਲੇ ਪੇਟ ਦਰਦ ਵਾਲੇ ਦੋ ਮਰੀਜ਼ ਜਾਂਦੇ ਆ, ਇੱਕ ਅਮੀਰ ਹੈ ਇੱਕ ਗਰੀਬ ਹੈ, ਦੋਵਾਂ ਨੂੰ ਉਹਨਾਂ ਦਾ ਸਟੇਟਸ ਦੇਖ ਕੇ ਵੈਦ ਨੇ ਉਸ ਹਿਸਾਬ ਦੇ ਨਾਲ ਦਵਾਈ ਦਿੱਤੀ ਹੈ। ਜਿਸ ਕੋਲ ਸ਼ਕਤੀ ਹੈ, ਸਮਰੱਥਾ ਹੈ, ਉਸ ਨੂੰ ਮਹਿੰਗੇ ਤਰੀਕੇ ਦੇ ਨਾਲ ਉਹੀ ਇਲਾਜ ਦੱਸ ਦਿੱਤਾ। ਪਰ ਜਿਸ ਕੋਲ ਪੈਸੇ ਨਹੀਂ, ਰੁਪਈਏ ਨਹੀਂ, ਕੰਗਾਲ ਹੈ, ਉਸ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਅਜਵਾਇਣ ਖਾਣ ਵਾਸਤੇ ਕਿਹਾ। ਉਹਨੇ ਅਜਵਾਇਣ ਲੈ ਕੇ ਖਾਧੀ, ਉਹਦੇ ਪੇਟ ਦਾ ਰੋਗ ਦੂਰ ਹੋ ਗਿਆ। ਰੋਗ ਅਮੀਰ ਦਾ ਵੀ ਦੂਰ ਹੋਇਆ, ਖਾਧੀ ਉਹਨੇ ਵੀ ਅਜਵਾਇਣ। ਪਰ ਵੈਦ ਦਾ ਢੰਗ ਜਿਹੜਾ ਹੋਰ ਸੀ, ਉਹਨੂੰ ਕਈ ਉਲਝਣਾਂ ਦੇ ਵਿੱਚ ਪਾ ਕੇ ਕਈ ਤਰ੍ਹਾਂ ਘੁਮਾ ਫਿਰਾ ਕੇ ਉਹਨੂੰ ਉਹੀ ਦਵਾਈ ਦਿੱਤੀ ਹੈ। ਸੋ ਇਸੇ ਪ੍ਰਕਾਰ ਪਿਛਲੇ ਯੁੱਗਾਂ ਦੇ ਵਿੱਚ ਉਮਰਾਂ ਬਹੁਤ ਲੰਮੀਆਂ ਸਨ, ਲੋਕਾਂ ਦੇ ਕੋਲ ਧਨ ਪਦਾਰਥ ਬਹੁਤ ਸਨ, ਲੋਕ ਸਮਾਂ ਬਹੁਤ ਕੱਢ ਸਕਦੇ ਸਨ। ਇਸ ਕਰਕੇ ਉਹਨਾਂ ਯੁੱਗਾਂ ਦੇ ਵਿੱਚ ਨਾਮ ਜਪਣ ਦੇ ਨਾਲ ਨਾਲ ਹੋਰ ਸਾਧਨ ਵੀ ਦਿੱਤੇ ਹਨ। ਪਰ ਕਲਯੁੱਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਨਕ ਕੈ ਘਰ ਕੇਵਲ ਨਾਮ, ਇਕੱਲੇ ਨਾਮ ਦੀ ਹੀ ਬਖਸ਼ਿਸ਼ ਕੀਤੀ ਹੈ। ਗੁਰੂ ਕੀ ਬਾਣੀ ਪੜ੍ਹੋ, ਗੁਰੂ ਕਾ ਨਾਮ ਜਪੋ, ਇਹਦੇ ਨਾਲ ਹੀ ਗੁਰੂ ਕੇ ਸਿੱਖੋ, ਤੁਹਾਡਾ ਪਾਰ ਉਤਾਰਾ ਹੋ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਲਯੁੱਗ ਦੇ ਵਿੱਚ ਸਤਿਯੁਗ ਵਰਤਾ ਦਿੱਤਾ। ਆਓ ਜਿਵੇਂ ਅਗਲਾ ਪ੍ਰਸੰਗ ਅੱਜ ਆਰੰਭ ਹੋ ਰਿਹਾ ਹੈ, ਝੰਡੇ ਵਾਢੀ ਨੂੰ ਤੇ ਇੰਦਰਸੈਨ ਨੂੰ ਕਿਵੇਂ ਸਤਿਗੁਰੂ ਜੀ ਬਖਸ਼ਿਸ਼ਾਂ ਦੇ ਨਾਲ ਨਵਾਜਣਗੇ, ਬ੍ਰਹਮ ਗਿਆਨ ਦੀ ਦਾਤ ਦੇਣਗੇ। ਸੋ ਜਿਹੜੇ ਕੋਈ ਗੁਰਮੁਖ ਪਿਆਰੇ ਬ੍ਰਹਮ ਗਿਆਨ ਦੀ ਦਾਤ ਦੇ ਅਭਲਾਖੀ ਆ, ਆਤਮਾ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਆ, ਉਹ ਜ਼ਰੂਰ ਧਿਆਨ ਦੇ ਨਾਲ ਸਾਰੇ ਦੀਵਾਨ ਨੂੰ ਸੁਣਿਓ, ਤਾਂ ਕਿ ਸਤਿਗੁਰੂ ਜੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਕਿਸੇ ਇੱਕ ਦੇ ਪਰਥਾਏ ਉਪਦੇਸ਼ ਦਿੱਤਾ ਹੋਇਆ ਸਾਰੀ ਸੰਗਤ ਵਾਸਤੇ ਸਾਂਝਾ ਹੁੰਦਾ ਹੈ। ਸਾਨੂੰ ਵੀ ਉਹ ਨਾਮ ਦੀ ਕਣੀ ਮਿਲ ਜਾਵੇ। ਜਿਵੇਂ ਪ੍ਰਸੰਗ ਆ ਰਿਹਾ, ਬੜੇ ਪਿਆਰ ਨਾਲ ਸੁਣੀਏ ਜੀ। ਭਾਈ ਸੰਤੋਖ ਸਿੰਘ ਜੀ ਜਿਵੇਂ ਪੂਰੇ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਇਸ ਗ੍ਰੰਥ ਦੇ ਹਰ ਅਧਿਆਏ ਦੀ ਆਰੰਭਤਾ ਦੇ ਉੱਤੇ ਸਤਿਗੁਰੂ ਸਾਹਿਬ ਜੀ ਦਾ ਮੰਗਲਾਚਰਨ ਕਰਦੇ ਹਨ। ਇਸ ਪ੍ਰਸੰਗ ਦੀ ਆਰੰਭਤਾ ਦੇ ਉੱਤੇ ਵੀ ਸਤਿਗੁਰੂ ਜੀ ਦੇ ਚਰਨਾਂ ਦੀ ਮਹਿਮਾ ਕਹਿ ਰਹੇ ਹਨ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪਹਾੜ ਦੀ ਤਰ੍ਹਾਂ ਹਨ। ਜਿਵੇਂ ਪਹਾੜ ਦੀ ਓਟ ਆਸਰਾ ਮਨੁੱਖ ਲੈ ਲੈਂਦਾ ਹੈ, ਇਸੇ ਪ੍ਰਕਾਰ ਸਤਿਗੁਰੂ ਦੇ ਚਰਨਾਂ ਦੀ ਓਟ, ਚਰਨਾਂ ਦਾ ਆਸਰਾ ਮੈਂ ਲਿਆ ਹੈ। ਸਤਿਗੁਰੂ ਦੇ ਚਰਨ ਜਿਹੜੇ ਪਹਾੜ ਵਰਗੇ ਆ, ਉਹਨਾਂ ਦਾ ਆਸਰਾ ਮੈਂ ਕਦੇ ਭੁੱਲ ਕੇ ਵੀ ਨਹੀਂ ਛੱਡਾਂਗਾ। ਜਿਹੜੇ ਵਿਘਨ ਪੈਂਦੇ ਆ, ਸਮੱਸਿਆਵਾਂ ਆਉਂਦੀਆਂ ਇਸ ਗ੍ਰੰਥ ਲਿਖਣ ਦੇ ਵਿੱਚ ਜਾਂ ਜੀਵਨ ਦੇ ਵਿੱਚ, ਕਵੀ ਜੀ ਕਹਿੰਦੇ ਉਹ ਹਵਾ ਦੇ ਸਮਾਨ ਹੈ। ਹਵਾ ਬਹੁਤ ਤੇਜ਼ ਵਗਦੀ ਹੋਵੇ ਤੇ ਕੋਈ ਬੰਦਾ ਪਹਾੜ ਦਾ ਓਟ ਆਸਰਾ ਲੈ ਲਵੇ, ਪਹਾੜ ਦੇ ਓਲੇ ਵਿੱਚ ਹਵਾ ਨਹੀਂ ਲੱਗਦੀ ਹੁੰਦੀ। ਇਸੇ ਤਰ੍ਹਾਂ ਜਿਹੜੇ ਵਿਘਨ ਹੈ, ਇਹ ਵੀ ਤੇਜ਼ ਚੱਲਦੀ ਹਵਾ ਬਰਾਬਰ ਹਨ। ਸਤਿਗੁਰੂ ਜੀ ਦੇ ਚਰਨ ਜਿਹੜੇ ਪਹਾੜ ਵਰਗੇ ਆ, ਜਦੋਂ ਉਹਨਾਂ ਦਾ ਆਸਰਾ ਗੁਰੂ ਕਾ ਸਿੱਖ ਤੱਕਦਾ ਹੈ, ਉਸ ਵੇਲੇ ਵਿਘਨਾ ਰੂਪੀ ਹਵਾ ਦਾ ਮੂਲੋਂ ਹੀ ਉੱਕਾ ਹੀ ਡਰ ਨਹੀਂ ਹੁੰਦਾ।
ਭਾਈ ਬਾਲਾ ਸੰਧੂ ਜੀ ਸਤਿਗੁਰੂ ਸਾਹਿਬ ਜੀ ਦੇ ਸਿੱਖ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੇ ਹੋਰ ਸੰਗਤਾਂ ਨੂੰ ਖਡੂਰ ਸਾਹਿਬ ਵਿਖੇ ਕਥਾ ਸੁਣਾ ਰਹੇ ਹਨ। ਭਾਈ ਬਾਲਾ ਜੀ ਵਿਨੈ ਕਰਦੇ ਹਨ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਇਤਿਹਾਸ ਸੁਣੋ ਜੀ। ਗੁਰੂ ਇਤਿਹਾਸ ਸਰਬ ਸ਼ੁਭ ਸੁਣੀਏ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਾਰਾ ਹੀ ਇਤਿਹਾਸ ਹੈ ਬੜਾ ਸ਼ੁਭ ਹੈ, ਬੜਾ ਪਵਿੱਤਰ ਹੈ, ਇਉਂ ਵਿਚਾਰੀਏ। ਨਾਰਦ ਮੁਨੀ ਨੂੰ ਮਿਲ ਕੇ ਉਸ ਤੋਂ ਬਾਅਦ ਸਤਿਗੁਰੂ ਜੀ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਅੱਗੇ ਵਧੇ ਹਨ। ਸਮੁੰਦਰ ਦੇ ਵਿੱਚ ਚਲਦਿਆਂ ਚਲਦਿਆਂ ਅੱਗੇ ਇੱਕ ਉੱਚੀ ਜਗ੍ਹਾ ਆਈ। ਸਮੁੰਦਰ ਦੇ ਵਿੱਚ ਜਿਹੜੀ ਉੱਚੀ ਧਰਤੀ ਹੁੰਦੀ ਹੈ ਨਾ ਭਾਈ, ਉਹਨੂੰ ਟਾਪੂ ਕਿਹਾ ਜਾਂਦਾ। ਸੋ ਇਉਂ ਇੱਕ ਟਾਪੂ, ਇੱਕ ਉੱਚੀ ਜਗ੍ਹਾ ਆਈ ਹੈ ਔਰ ਇਸ ਇਲਾਕੇ ਦਾ ਨਾਮ ਵਿਸੀਹਰ ਹੈ। ਵਿਸੀਹਰ ਇਲਾਕਾ ਹੈ ਇਹ। ਸੋ ਇਸ ਪ੍ਰਕਾਰ ਮਣੀਪੁਰ ਰਿਆਸਤ ਦੇ ਵਿੱਚ ਇਹ ਇਲਾਕਾ ਪੈਂਦਾ ਹੈ। ਸੋ ਇਸ ਜਗ੍ਹਾ ਦੇ ਉੱਤੇ ਗਏ ਹਨ। ਉੱਥੇ ਇੱਕ ਸੁੰਦਰ ਨਗਰ, ਸੁੰਦਰ ਸ਼ਹਿਰ ਅਸੀਮਾ ਫਲ ਆਇਆ। ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਵਿਰਾਜੇ ਹਨ। ਜਿਸ ਸ਼ਹਿਰ ਦੇ ਚਾਰੇ ਪਾਸੇ ਬੜੇ ਸੁੰਦਰ ਬਾਗ ਬਗੀਚੇ ਲੱਗੇ ਹੋਏ ਹਨ ਔਰ ਇਸ ਨਗਰ ਦੇ ਚੌਗਿਰਦੇ ਦੁਰਗ ਬਣਿਆ ਹੋਇਆ, ਕੋਟ ਕੰਧ ਕੱਢੀ ਹੋਈ ਹੈ। ਇਉਂ ਮਾਨੋ ਵੀ ਇਹ ਕੰਧ ਇੰਨੀ ਉੱਚੀ ਹੈ ਵੀ ਬੱਦਲਾਂ ਨੂੰ ਰੋਕਣ ਦੀ ਇੱਛਾ ਰੱਖਦੀ ਹੈ। ਉਸ ਵਿਸੀਹਰ ਜਿਹੜਾ ਇਲਾਕਾ ਮਣੀਪੁਰ ਦਾ ਇਲਾਕਾ, ਇੱਥੋਂ ਦਾ ਰਾਜੇ ਦਾ ਨਾਮ ਸੁਦਰਸੈਨ ਹੈ। ਉਸ ਇਲਾਕੇ ਵਿੱਚ, ਉਸ ਦੇਸ਼ ਦੇ ਵਿੱਚ ਇਹ ਮਹਾਨ ਹੀ ਰਾਜ ਕਰਦਾ ਹੈ। ਇਸ ਸ਼ਹਿਰ ਤੋਂ ਬਾਹਰ ਇੱਕ ਬੜੀ ਰਮਣੀਕ, ਬੜੀ ਸੁੰਦਰ ਜਗ੍ਹਾ ਦੇਖੀ ਸਤਿਗੁਰੂ ਨੇ। ਬੇਦੀ ਕੁਲ ਦੇ ਟਿੱਕਾ ਸਰੂਪ ਸਤਿਗੁਰੂ ਨਾਨਕ ਦੇਵ ਜੀ ਉੱਥੇ ਵਿਰਾਜ ਗਏ, ਬੈਠ ਗਏ। ਇੱਕ ਰਾਤ ਬਤੀਤ ਹੋ ਗਈ ਤੇ ਸਵੇਰ ਦਾ ਸਮਾਂ ਹੋਇਆ। ਉਸ ਵੇਲੇ ਭਾਈ ਮਰਦਾਨੇ ਨੇ ਸਤਿਗੁਰੂ ਸਾਹਿਬ ਜੀ ਤਾਂ ਹੀ ਬਚਨ ਆਖਿਆ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਆਇਸ ਆਗਿਆ ਦਿਓ, ਮੈਂ ਇਸ ਨਗਰ ਦੇ ਵਿੱਚ ਚਲਿਆ ਜਾਵਾਂ ਤੇ ਮੈਂ ਕਿਸੇ ਤੋਂ ਜਾਚਨਾ ਕਰਕੇ ਮੰਗ ਕੇ ਭੋਜਨ ਪ੍ਰਸ਼ਾਦਾ ਛਕਾਂ। ਮੈਂ ਭੁੱਖ ਬੜੀ ਲੱਗੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਖੋਂ ਮੁਸਕਰਾਏ ਤੇ ਭਾਈ ਬਾਲਾ ਜੀ ਕਹਿੰਦੇ, ਮੈਨੂੰ ਸਤਿਗੁਰੂ ਕਹਿਣ ਲੱਗੇ, ਕਹਿੰਦੇ ਭਾਈ ਬਾਲਿਆ ਆ ਮਰਦਾਨਾ ਕੀ ਕਹੀ ਜਾਂਦਾ ਹੈ। ਭਾਈ ਬਾਲਾ ਜੀ ਕਹਿੰਦੇ, ਮੈਂ ਆਖਿਆ ਮਹਾਰਾਜ ਇਹਦਾ ਤਾਂ ਇਹ ਜਨਮ ਦਾ ਹੀ ਸੁਭਾਅ ਹੈ, ਇਹਦਾ ਜਾਤੀ ਸੁਭਾਅ ਹੈ ਮਰਦਾਨੇ ਦਾ। ਆਪਾਂ ਕਰੋੜਾਂ ਉਪਾਅ ਕਰ ਲਈਏ, ਕਰੋੜਾਂ ਯਤਨ ਕਰ ਲਈਏ, ਜਾਤੀ ਸੁਭਾਅ ਬਦਲਦਾ ਨਹੀਂ ਹੁੰਦਾ। ਮਰਾਸੀ ਇਉਂ ਬੋਲਦੇ ਹੀ ਹੁੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮੁਖੋਂ ਕਹਿਣ ਲੱਗੇ, ਸੁਣ ਭਾਈ ਮਰਦਾਨੇ, ਕਹਿੰਦੇ ਕਿਸ ਕੋਲੋਂ ਭੋਜਨ ਖਾਣ ਵਾਸਤੇ ਮੰਗੇਗਾ। ਮਹਾਰਾਜ ਜਿੱਥੇ ਆਪ ਜੀ ਆਗਿਆ ਕਰੋਗੇ ਉਸ ਕੋਲੇ ਜਾ ਕੇ ਭੋਜਨ ਦੀ ਮੰਗ ਕਰ ਲਵਾਂਗਾ, ਉਸ ਕੋਲੇ ਜਾ ਕੇ ਮੰਗਾਂਗਾ। ਮਹਾਰਾਜ ਮੇਰਾ ਤਾਂ ਕੋਈ ਮੇਲੀ ਜੋਲੀ ਇੱਥੇ ਕੋਈ ਦੋਸਤ ਮਿੱਤਰ ਨਹੀਂ ਹੈ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਆਖੇ, ਕਹਿੰਦੇ ਭਾਈ ਇਸ ਨਗਰ ਦੇ ਵਿੱਚ ਇੱਕ ਪਾਖਰ ਨਾਮ ਦਾ ਤਰਖਾਣ ਰਹਿੰਦਾ ਹੈ ਤੇ ਉਸ ਦਾ ਇੱਕ ਪੁੱਤਰ ਹੈ ਜਿਹਦਾ ਨਾਮ ਝੰਡਾ ਵਾਢੀ ਹੈ ਤੇ ਰੁਚਰ ਕਰਤੂਤਾ, ਉਹਦੀ ਕਰਨੀ ਕਮਾਈ ਬੜੀ ਸੁੰਦਰ ਹੈ, ਬੜੇ ਚੰਗੇ ਕਰਮਾਂ ਵਾਲਾ ਹੈ। ਜਾ ਭਾਈ ਮਰਦਾਨੇ ਉਹਦੇ ਘਰ ਚਲਿਆ ਜਾ, ਝੰਡੇ ਵਾਢੀ ਦੇ ਤੇ ਭੋਜਨ ਪ੍ਰਸ਼ਾਦਾ ਛਕਿਆ।
ਬੈਣਾ। ਭਾਈ ਮਰਦਾਨਾ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਚਲਿਆ ਗਿਆ। ਜਾਏ ਨਗਰ ਮੈਂ ਪ੍ਰਾਪਤ ਭਇਓ। ਨਗਰ ਦੇ ਵਿੱਚ ਜਾ ਪਹੁੰਚਿਆ। ਬੂਝਤ ਕੋ ਸੁਖ ਗਇਓ। ਪੁੱਛਦਾ ਪੁੱਛਦਾ ਜਦੋਂ ਇੱਕ ਕੋਹ ਤੱਕ ਚਲਿਆ ਗਿਆ। ਅਦਿਕ ਮਾਨਵ ਤੇ ਕੈ ਸੁੰਗਾ। ਉਸ ਵੇਲੇ ਭਾਈ ਮਰਦਾਨੇ ਨੂੰ ਇੱਕ ਮਨੁੱਖ ਮਿਲਿਆ ਤੇ ਉਹਦੇ ਤਾਈਂ ਭੋਜਨ ਕੀਨ ਸਰਬ ਪ੍ਰਸੰਗਾ। ਉਹਦੇ ਤਾਈਂ ਜਾ ਕੇ ਜਦੋਂ ਝੰਡੇ ਬਾਡੀ ਦਾ ਘਰ ਪੁੱਛਦਾ ਤੇ ਉਹਨੇ ਭਾਈ ਮਰਦਾਨੇ ਤੋਂ ਸਾਰਾ ਹਾਲ ਪੁੱਛਿਆ। ਉਹ ਹੈ ਤੂੰ ਕਿਹਦੇ ਚਲ ਆਇਓ। ਕਹਿੰਦਾ ਭਾਈ ਤੂੰ ਕੌਣ ਹੈ, ਕਿੱਥੋਂ ਚੱਲ ਕੇ ਆਇਆ ਹੈ, ਪਾਵਨ ਵਰਨ ਅਬ ਪਾਂ ਸਦਾਇਓ। ਕਿਹੜਾ ਤੇਰਾ ਵਰਨ, ਤੇਰੀ ਜਾਤੀ ਹੈ ਤੇ ਹੁਣ ਕਿੱਧਰ ਨੂੰ ਜਾਣਾ ਹੈ ਤੂੰ। ਸੁਣ ਮਰਦਾਨੇ ਬਾਪ ਅਲਾਇਆ। ਸੁਣ ਕੇ ਭਾਈ ਮਰਦਾਨੇ ਨੇ ਇਉਂ ਬਚਨ ਆਖਿਆ। ਝੰਡੇ ਕੋ ਕਰ ਦਿਓ ਬਤਾਇਆ। ਕਹਿੰਦਾ ਭਾਈ ਮੈਨੂੰ ਝੰਡੇ ਬਾਡੀ ਦਾ ਘਰ ਦੱਸ ਦੇ ਕਿੱਥੇ ਹੈ। ਦੋਹਰਾ ਬੂਝ ਲੈ ਗੋ ਸੋ ਹਮੈ। ਕਹਿੰਦੇ ਝੰਡੇ ਬਾਡੀ ਦਾ ਘਰ ਦੱਸ ਦੇ, ਉਹ ਆਪੇ ਮੈਨੂੰ ਪੁੱਛ ਲਏਗਾ ਜੋ ਪੁੱਛਣਾ ਹੋਵੇਗਾ। ਜਾਏ ਜੋ ਤੇ ਕੇ ਪਾਸ। ਜਦੋਂ ਆਪਾਂ ਉਸ ਦੇ ਕੋਲ ਚਲੇ ਗਏ, ਇਦਰ ਸੈਨ ਸੁਣ ਲੈ ਚਲਾ। ਉਸ ਵੇਲੇ ਜਿਹੜਾ ਇਹ ਮਨੁੱਖ ਰਸਤੇ ਵਿੱਚ ਭਾਈ ਮਰਦਾਨੇ ਨੂੰ ਮਿਲਿਆ ਨਾ, ਇਹਦਾ ਨਾਮ ਇੰਦਰਸੈਨ ਸੀ। ਭਾਈ ਮਰਦਾਨੇ ਨੂੰ ਨਾਲ ਲੈ ਕੇ ਚੱਲ ਪਿਆ। ਇਹ ਕਾਮ ਤੋ ਅਵਾਸ। ਜਿਸ ਜਗ੍ਹਾ ਦੇ ਉੱਤੇ ਝੰਡੇ ਬਾਡੀ ਦਾ ਘਰ ਸੀ ਉੱਥੇ ਲੈ ਗਿਆ। ਕਾਵਈ ਝੰਡਾ ਮੰਜੀ ਗੁਣ ਤਨ ਕੇ ਤੋ। ਅੱਗੇ ਇਹ ਜਿਹੜਾ ਭਾਈ ਝੰਡਾ ਬਾਡੀ ਹੈ ਤਰਖਾਣ, ਇਹ ਆਪਣੇ ਘਰ ਦੇ ਵਿੱਚ ਮੰਜੀ ਬੁਣ ਰਿਹਾ ਹੈ। ਦੇਖੋ ਦਿਓ ਤਨ ਆਦਰ ਹੈ ਤੋ। ਜਦੋਂ ਉਹਨੇ ਵੇਖਿਆ ਬਈ ਕੋਈ ਸੰਤ ਆ ਰਹੇ ਹੈ ਤੇ ਇੰਦਰਸੈਨ ਆ ਰਿਹਾ ਹੈ, ਸਤਿਕਾਰ ਦੇਣ ਵਾਸਤੇ ਉਹਨਾਂ ਨੂੰ ਉੱਠ ਖੜਾ ਹੋਇਆ। ਪੂਰਨ ਸੁੰਦਰ ਮੰਚ ਬਿਛਾਇਓ। ਜਲਦੀ ਦੇ ਨਾਲ ਬਹੁਤ ਸੁੰਦਰ ਪਲੰਘ ਇਹਨੇ ਡਾਹਿਆ। ਅਲਕ ਭਾਵ ਕਰਤ ਸਹਿ ਵਸਾਇਓ। ਬਹੁਤ ਭਾਵਨਾ ਕਰਕੇ ਭਾਈ ਮਰਦਾਨੇ ਨੂੰ ਬਿਠਾ ਲਿਆ। ਇੰਦਰ ਸੈਨ ਗੁਣ ਬੈਣ ਉਚਾਰਾ। ਉਸ ਵੇਲੇ ਇੰਦਰਸੈਨ ਨੇ ਵਚਨ ਆਖੇ। ਖੋਜਤ ਫਿਰਦਾ ਵਾਸ ਤੁਮਾਰਾ। ਕਹਿੰਦਾ ਝੰਡੇ ਬਾਡੀ ਇਹ ਭਾਈ ਮਰਦਾਨਾ ਜਿਹੜਾ ਇਹ ਤੇਰਾ ਘਰ ਖੋਜਦਾ ਫਿਰਦਾ ਸੀ, ਲੱਭਦਾ ਸੀ। ਖੋਜ ਲਿਓ ਤੁਮ ਸੋ ਤੁਝ ਸੋ ਕਾਮਾ। ਮੈਂ ਖੋਜ ਲਿਓ ਸਰਬ ਪ੍ਰਸੰਗਾ। ਮੈਂ ਇਸ ਨੂੰ ਸਾਰਾ ਪ੍ਰਸੰਗ ਇਹਦਾ ਹਾਲ ਚਾਲ ਪੁੱਛਦਾ ਰਿਹਾ, ਮੋਹਿ ਨ ਬਤਾਇਓ ਆਨਿਓ ਸੰਗਾ। ਪਰ ਇਹਨੇ ਮੈਨੂੰ ਕੁਝ ਦੱਸਿਆ ਨਹੀਂ ਤੇ ਮੇਰੇ ਨਾਲ ਇੱਥੇ ਤੇਰੇ ਘਰ ਤੱਕ ਆ ਗਿਆ। ਕਿਆ ਤੋ ਹੈ ਕੁਛ ਤੁਝ ਸੋ ਕਾਮਾ। ਇਹਨੂੰ ਤੁਹਾਡੇ ਨਾਲ ਕੋਈ ਕੰਮ ਹੈ, ਜਾਂਦੇ ਚਲਿਆ ਵਾ ਤੁਝ ਧਾਮਾ। ਇਸ ਕਰਕੇ ਇਹ ਤੇਰੇ ਘਰ ਚੱਲ ਕੇ ਆਇਆ ਹੈ। ਖੋਜਤ ਝੰਡਾ ਕੇ ਤੇ ਆਇਓ। ਉਸ ਵੇਲੇ ਝੰਡਾ ਬਾਡੀ ਪੁੱਛਦਾ ਹੈ ਭਾਈ ਮਰਦਾਨੇ ਨੂੰ ਕਿ ਸੰਤ ਜੀ ਤੁਸੀਂ ਕਿਸ ਥਾਂ ਤੋਂ ਆਏ ਹੋ, ਪਾਵਨ ਨਾਮ ਕੋ ਵਰਨ ਸੁਹਾਇਓ। ਤੁਹਾਡਾ ਨਾਮ ਕੀ ਹੈ ਤੇ ਕਿਹੜੀ ਤੁਹਾਡੀ ਸ਼ੋਭਨੀਕ ਜਾਤੀ ਹੈ। ਤੋਰਾ ਮਰਦਾਨਾ ਮਮ ਨਾਮ ਹੈ। ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰਾ ਨਾਮ ਭਾਈ ਮਰਦਾਨਾ ਹੈ ਵਰਨ ਮਰਾਸੀ ਜਾਨ। ਤੇ ਮੇਰੀ ਜਾਤੀ ਜਿਹੜੀ ਮਰਾਸੀ ਜਾਣ ਲਓ, ਤੁਮਰੇ ਨਿਕਟ ਖਾਇਓ। ਔਰ ਤੁਹਾਡੇ ਕੋਲ ਮੈਨੂੰ ਭੇਜਿਆ ਹੈ। ਸ੍ਰੀ ਨਾਨਕ ਗੁਣ ਖਾਨ। ਗੁਣਾਂ ਦੀ ਖਾਨ ਸਤਿਗੁਰੂ ਨਾਨਕ ਦੇਵ ਜੀ ਨੇ। ਭਾਈ ਝੰਡਾ ਕਹਿ ਨਾਮ ਕਬ ਜਾਣਤਾ। ਝੰਡਾ ਬਾਡੀ ਕਹਿਣ ਲੱਗਾ ਵੀ ਮੈਂ ਤਾਂ ਸਤਿਗੁਰੂ ਨਾਨਕ ਦੇਵ ਜੀ ਨੂੰ ਜਾਣਦਾ ਨਹੀਂ। ਜੇ ਕੋ ਨਾਨਕ ਨਾਮ ਬਖਾਨਤਾ। ਜਿਨ੍ਹਾਂ ਦਾ ਨਾਮ ਤੁਸੀਂ ਨਾਨਕ ਨਾਮ ਕਹਿੰਦੇ ਹੋ, ਆਗੇ ਸੁਣਾ ਦੇਖਾ ਕਬਹੀ। ਅੱਗੇ ਨਾ ਤਾਂ ਮੈਂ ਕਦੇ ਇਹ ਨਾਂ ਸੁਣਿਆ ਤੇ ਨਾ ਉਹਨਾਂ ਦੇ ਦਰਸ਼ਨ ਕੀਤੇ ਹਨ। ਤੁਮਨੇ ਨਾਮ ਸੁਨਾਵਾ ਅਬਹੀ। ਆਹ ਨਾਂ ਤਾਂ ਤੂੰ ਹੁਣ ਮੈਨੂੰ ਪਹਿਲੀ ਵਾਰ ਹੀ ਸੁਣਾਇਆ ਹੈ। ਤੂਨੇ ਜਾਣਤ ਸੋ ਤੁਧ ਜਾਣੈ। ਹਾਂਜੀ ਤੂਨੇ ਜਾਣਤ ਸੋ ਤੁਧ ਜਾਣੈ। ਹਾਂ ਭਾਈ ਮਰਦਾਨਾ ਜੀ ਕਹਿੰਦੇ ਝੰਡੇ ਬਾਡੀ ਤੂੰ ਨਹੀਂ ਉਹਨਾਂ ਨੂੰ ਜਾਣਦਾ, ਪਰ ਸਤਿਗੁਰੂ ਨਾਨਕ ਦੇਵ ਜੀ ਤੈਨੂੰ ਜਾਣਦੇ ਹਨ। ਦੂਰ ਦੇ ਪਹਿਚਾਨੈ। ਚਲੋ ਕਹਿੰਦੇ ਉਹਨਾਂ ਦੀ ਹਜ਼ੂਰੀ ਵਿੱਚ ਮੈਂ ਤੁਹਾਨੂੰ ਲੈ ਚੱਲਦਾ ਤੇ ਤੈਨੂੰ ਪਛਾਣ ਲੈਣਗੇ। ਜੇ ਪਛਾਨਤ ਹੋ ਜੈ ਪਛਾਵਾ। ਜੇਕਰ ਉਹਨਾਂ ਦੀ ਤੇਰੇ ਨਾਲ ਜਾਣ ਪਛਾਣ ਹੈ ਤਾਂ ਹੀ ਉਹਨਾਂ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ। ਬਿਨ ਜਾਣੇ ਸੁਧ ਕੇ ਕੋ ਆਵਾ। ਬਿਨਾਂ ਜਾਣੇ ਤੋਂ ਕਿਸੇ ਨੂੰ ਕੀ ਖਬਰ ਹੈ ਵੀ ਕੌਣ ਕਿੱਥੇ ਰਹਿੰਦਾ ਹੈ। ਸੋਨੇ ਝੰਡਾ ਬੁੱਧ ਵਸਿਖਾ। ਇਉਂ ਵਚਨ ਸੁਣ ਕੇ ਜਿਹੜਾ ਇਹ ਝੰਡਾ ਬਾਡੀ ਸੀ ਨਾ,
ਸਾਧ ਸੰਗਤ ਜੀ ਬੜਾ ਬੁੱਧੀਵਾਨ ਸੀ ਜਿਹੜਾ ਬੋਲਤ ਪਾਉ ਸਰੀਰ ਤਨ ਵੇਖਾ। ਪੁੱਛਣ ਲੱਗਿਆ ਕਿ ਉਹਨਾਂ ਦੇ ਸਰੀਰ ਦਾ ਭੇਖ ਕਿਹੋ ਜਿਹਾ ਪਹਿਰਾਵਾ ਪਹਿਨਦੇ ਹਨ, ਜਿਸ ਪ੍ਰਕਾਰ ਕੀ ਮੈਂ ਤਨ ਰੀਤਾ। ਕਿਉਂਕਿ ਜਿਸ ਪ੍ਰਕਾਰ ਦੀ ਉਹਨਾਂ ਦੀ ਰੀਤੀ ਮਰਿਆਦਾ ਹੋਵੇਗੀ ਗਮਨੋ ਆਸੋ ਭੇਖ ਸੁਪ੍ਰੀਤਾ। ਮੈਂ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਚੱਲਣਾ ਹੈ ਤੇ ਉਹੋ ਜੀ ਪ੍ਰੀਤੀ ਦੇ ਸਹਿਤ ਪ੍ਰੇਮ ਦੇ ਸਹਿਤ ਉਹਨਾਂ ਵਾਸਤੇ ਭੇਟਾ ਲੈ ਕੇ ਜਾਵਾਂ। ਮਰਦਾਨੀ ਬੈਨ ਲਾਇਆ। ਉਸ ਵੇਲੇ ਭਾਈ ਮਰਦਾਨੇ ਨੇ ਵਚਨ ਆਖਿਆ, ਜਗ ਮੈਂ ਤਾਂ ਨਾਨਕ ਤਪਾ ਕਹਾਇਆ। ਕਹਿੰਦੇ ਵੀ ਜਗਤ ਦੇ ਵਿੱਚ ਉਹਨਾਂ ਦਾ ਨਾਮ ਨਾਨਕ ਤਪਾ ਕਰਕੇ ਕਹੀਦਾ ਹੈ, ਸੋ ਦਾਸ ਸਰੀਰ ਬਿਰਾਜੈ। ਔਰ ਉਹਨਾਂ ਦੇ ਸਰੀਰ ਦਾ ਜਿਹੜਾ ਭੇਖ ਹੈ, ਲਿਬਾਸ ਹੈ, ਉਹ ਉਦਾਸੀਨ ਭੇਖ ਹੈ। ਜਿਵੇਂ ਕੋਈ ਘਰ ਤੋਂ ਉਪਰਾਮ ਹੋ ਕੇ ਨਿਕਲਿਆ ਹੋਵੇ, ਸਾਧੂ ਬਣਿਆ ਹੋਵੇ, ਇਹੋ ਜਿਹਾ ਭੇਖ ਹੈ ਉਹਨਾਂ ਦਾ। ਜਿਨ ਕੇ ਦਰਸ਼ਨ ਕਲਮਲ ਭਾਜੈ। ਔਰ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਵੱਡੇ ਵੱਡੇ ਪਾਪ ਸਾਰੇ ਦੌੜ ਭੱਜ ਜਾਂਦੇ ਹਨ। ਦੋਰਾ ਝੰਡਾ ਜੈ ਵਿਚਾਰੀ। ਝੰਡਾ ਵਾਢੀ ਹਿਰਦੇ ਵਿੱਚ ਵਿਚਾਰਦਾ ਹੈ ਉਹ ਅਤੀਤ ਸੁਭ ਹੋਏ। ਕਿ ਸ਼ਾਇਦ ਉਹ ਕੋਈ ਉਦਾਸੀਨ ਮਹਾਤਮਾ ਪਵਿੱਤਰ ਆਤਮਾ ਹੋਣਗੇ। ਅਸਨ ਕਰਨ ਆਏ ਸਦਈ। ਸੋ ਉਸ ਵੇਲੇ ਉਹਨੇ ਭੋਜਨ ਤਿਆਰ ਕਰਨ ਦੀ ਆਗਿਆ ਦਿੱਤੀ। ਸਦਨ ਅੰਗਨਾ ਜੋਏ। ਜਿਹੜੀ ਇਹਦੀ ਅੰਗਣਾ ਘਰ ਵਾਲੀ ਘਰ ਵਿੱਚ ਸੀ। ਗਾਉ ਗਈ ਇੰਦਰ ਸੈਨ ਦੇ ਸਦਨ ਸਿਧਾਰਿਆ। ਇਹ ਜਿਹੜਾ ਇਹਦਾ ਸਾਥੀ ਇੰਦਰ ਸੈਨ ਸੀ, ਉਹ ਆਪਣੇ ਘਰ ਚਲਿਆ ਗਿਆ। ਉਪਨ ਵਿਖੇ ਪਧਾਰਾ। ਝੰਡਾ ਵਾਢੀ ਬਾਹਰ ਬਾਗ ਦੇ ਵਿੱਚ ਚਲਿਆ ਗਿਆ। ਮਦਰ ਫਲ ਦੇ ਤੇ ਆਨੇ। ਉੱਥੋਂ ਬਹੁਤ ਸੁੰਦਰ ਫੁੱਲ ਅਤੇ ਬੜੇ ਹੀ ਮਿੱਠੇ ਸਵਾਦਲੇ ਫਲ ਲੈ ਕੇ ਆਇਆ। ਦੇਵ ਬਚਨ ਪਾਕੇ ਮਰਦਾਨੇ। ਭਾਈ ਮਰਦਾਨੇ ਦੇ ਕੋਲ ਜਦੋਂ ਵਾਪਸ ਆਇਆ ਘਰ, ਝੰਡਾ ਵਾਢੀ ਤੇ ਦੇਖ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਉਹ ਕੌਣ ਆਏ ਦੋ ਮਮ ਸੰਗਾ। ਕਹਿਣ ਲੱਗੇ ਵੀ ਉਹ ਜਿਹੜਾ ਬੰਦਾ ਮੇਰੇ ਨਾਲ ਤੇਰੇ ਘਰ ਮੈਨੂੰ ਛੱਡ ਕੇ ਆਇਆ, ਉਹ ਕੌਣ ਸੀ? ਸ਼ੁਭ ਸੁਭਾਏ ਜਨ ਰੁਕਰਿਆ ਮੰਗਾ। ਉਹਦਾ ਸੁਭਾਅ, ਉਹਦਾ ਬੋਲ ਬਾਣੀ ਬੜੀ ਚੰਗੀ ਹੈ। ਸੋ ਬੜਾ ਹੀ ਉਹਦਾ ਸੁੰਦਰ ਰੂਪ ਹੈ, ਕਾਮਦੇਵ ਵਰਗਾ। ਮੁਝ ਕੋ ਤੁਮਰੇ ਧਾਮ ਲਿਆਵਾ। ਮੈਨੂੰ ਤੇਰੇ ਘਰ ਲੈ ਕੇ ਆਇਆ ਹੈ ਬਦਰ ਗਿਰਾ ਕੇ ਸੁਖ ਉਪਜਾਵਾ। ਔਰ ਮਿੱਠੇ ਮਿੱਠੇ ਬੋਲ ਬੋਲ ਕੇ ਉਹਨੇ ਮੈਨੂੰ ਸੁੱਖ ਦਿੱਤਾ ਹੈ। ਝੰਡਾ ਕੈ ਨਗਰ ਨਿਰਭਜੋ। ਝੰਡਾ ਵਾਢੀ ਦੱਸਣ ਲੱਗਾ ਬਈ ਸਾਡੇ ਨਗਰ ਦਾ ਜਿਹੜਾ ਰਾਜਾ ਹੈ, ਜਾਂਗੋ ਮਾਤਰ ਲਾਗੇ ਸੋ। ਇਸ ਇੰਦਰ ਸੈਨ ਦਾ ਉਹ ਮਾਮਾ ਲੱਗਦਾ ਹੈ। ਇੰਦਰ ਸੈਨ ਨਗਰ ਦੇ ਰਾਜੇ ਦਾ ਭਾਣਜਾ ਹੈ ਬੋਲੋ ਪ੍ਰੀਤ ਕਰੈ ਅਧਿਕਾਰੀ। ਔਰ ਮੇਰੇ ਨਾਲ ਇਹਦਾ ਬਹੁਤ ਪ੍ਰੇਮ ਹੈ, ਬੜੀ ਪ੍ਰੀਤੀ ਕਰਦਾ ਮੇਰੇ ਨਾਲ। ਭਗਤ ਹੋਵਤੇ ਕਥਾਈ। ਔਰ ਅਸੀਂ ਦੋਵੇਂ ਇਕੱਠੇ ਹੋ ਕੇ ਇੱਕ ਥਾਂ ਬੈਠ ਕੇ ਭਗਤੀ ਕਰਦੇ ਹਾਂ। ਪ੍ਰਭੂ ਸੁਜਾ ਸੁਗਾਏ ਕਰ ਪ੍ਰੇਮਾ। ਵਾਹਿਗੁਰੂ ਦਾ ਸੁੰਦਰ ਜਸ ਅਸੀਂ ਪ੍ਰੇਮ ਦੇ ਨਾਲ ਗਾਇਨ ਕਰਦੇ ਹਾਂ। ਵੈ ਕਾਂਦੇ ਹਮਰਿਓ ਨਿਮਾ। ਔਰ ਇਕਾਂਤ ਹੋ ਕੇ ਬੈਠ ਜਾਂਦੇ ਹਾਂ ਅਲੱਗ, ਬਾਕੀ ਸਾਰੀ ਦੁਨੀਆ ਤੋਂ। ਇਹ ਸਾਡਾ ਨਿਤ ਦਾ ਹੀ ਨੇਮ ਹੈ। ਹਰ ਵਿਚਾਰੇ ਆਤਮਾ ਵਿਆਸਾ। ਔਰ ਉੱਥੇ ਬੈਠ ਕੇ ਅਸੀਂ ਆਤਮ ਅਭਿਆਸ ਦੀ ਵਿਚਾਰ ਕਰਦੇ ਹਾਂ। ਆਤਮਾ ਕੀ ਹੈ, ਪਰਮਾਤਮਾ ਕੀ ਹੈ, ਕਿਵੇਂ ਮਿਲਾਪ ਹੋਵੇ, ਔਰ ਮਦ ਹਿਰਦੈ ਅਦਕੋ ਰਸਾ। ਜਿਸ ਕਾਰਨ ਸਾਡੇ ਹਿਰਦਿਆਂ ਦੇ ਵਿੱਚ ਵਾਹਿਗੁਰੂ ਮਿਲਾਪ ਦਾ ਬਹੁਤ ਹੁਲਾਸ, ਬਹੁਤ ਉਤਸ਼ਾਹ ਵੱਧਦਾ ਹੈ। ਸੁਣ ਮਰਦਾਨੇ ਬਚਨ ਉਚਾਰੇ। ਸੁਣ ਕੇ ਭਾਈ ਮਰਦਾਨਾ ਜੀ ਨੇ ਬਚਨ ਉਚਾਰਨ ਕੀਤੇ। ਧੰਨ ਸੰਤ ਤੁਮ ਪ੍ਰਭ ਕੇ ਪਿਆਰੇ। ਭਾਈ ਮਰਦਾਨਾ ਜੀ ਕਹਿੰਦੇ, ਧੰਨ ਹੋ ਸੰਤੋ, ਤੁਸੀਂ ਰੱਬ ਦੇ ਪਿਆਰੇ ਹੋ। ਹਰਿ ਸਮਤ ਭਗਤ ਮਨ ਰੰਗੇ। ਤੁਸੀਂ ਹਿਰਦੇ ਦੇ ਵਿੱਚ ਸ਼ੁਭ ਮਤ ਨੂੰ ਧਾਰਨ ਕੀਤਾ ਹੋਇਆ, ਭਗਤੀ ਵਿੱਚ ਮਨ ਰੰਗਿਆ ਹੈ। ਮਿਲ ਕੇ ਕਰੋ ਸਦਾ ਸਤ ਸੰਗੇ। ਸਦਾ ਹੀ ਤੁਸੀਂ ਮਿਲ ਕੇ ਸਤਸੰਗ ਕਰਦੇ ਹੋ। ਜੇ ਭਇਓ ਤਿਆਰ ਆਹਾਰਾ। ਹੁਣ ਕਹਿੰਦੇ ਜੇਕਰ ਭੋਜਨ ਤਿਆਰ ਹੋ ਚੁੱਕਾ ਹੈ, ਜੇਕਰ ਚਲੋ ਨਾ ਕਰੋ ਅਵਾਰਾ। ਚੱਲ ਭਾਈ ਝੰਡੇ ਵਾਢੀ ਲੈ ਕੇ ਚੱਲੀਏ, ਦੇਰੀ ਨਾ ਕਰ। ਸੁਣ ਕਰ ਝੰਡਾ ਭਇਓ ਤਿਆਰਾ। ਉਸ ਵੇਲੇ ਸੁਣ ਕੇ ਝੰਡਾ ਵਾਢੀ ਜਿਹੜਾ ਤਿਆਰ ਹੋ ਗਿਆ। ਲੈ ਭੋਜਨ ਕੋ ਵੈਰ ਪਧਾਰਾ।
ਭੋਜਨ ਪ੍ਰਸ਼ਾਦਾ ਲੈ ਕੇ ਬਾਹਰ ਨੂੰ ਚੱਲ ਪਿਆ। ਅਸਨ ਚੰਗੇਰ ਸੀਸ ਪਰ ਧਰ ਕੇ ਸਾਰਾ ਜਿਹੜਾ ਭੋਜਨ ਤਿਆਰ ਕੀਤਾ ਹੋਇਆ ਨਾ ਉਹਨੂੰ ਇੱਕ ਚੰਗੇਰ ਦੇ ਵਿੱਚ ਵੱਡੇ ਸਾਰੇ ਟੋਕਰੇ ਦੇ ਵਿੱਚ ਪਾ ਕੇ ਸਿਰ ਤੇ ਰੱਖ ਲਿਆ। ਆਪਣਿਆਂ ਕੋ ਅਤਰਕ ਕਰਕੇ ਔਰ ਭਾਈ ਮਰਦਾਨੇ ਨੂੰ ਅੱਗੇ ਅੱਗੇ ਲਾ ਕੇ ਤੁਰ ਪਿਆ ਵੀ ਤੂੰ ਮੈਨੂੰ ਦੱਸਦਾ ਜਾ ਸਤਿਗੁਰੂ ਜੀ ਕਿੱਥੇ ਬੈਠੇ ਹਨ। ਮਾਰਗ ਮੈਂ ਤਬ ਪੂਛਨ ਲੱਗਾ ਔਰ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਭਾਈ ਮਰਦਾਨਾ ਜੀ ਤੋਂ ਪੁੱਛਣ ਲੱਗਿਆ ਕਿ ਬੋਲੀ ਸੋ ਬਿਨਾਂ ਰੱਖਾ ਬਈ ਜਿਹੜੇ ਸਤਿਗੁਰੂ ਨਾਨਕ ਦੇਵ ਜੀ ਹੈ ਇਹਨਾਂ ਦਾ ਕਿਹੜੀ ਬੋਲੀ ਦੇ ਨਾਲ ਪ੍ਰੇਮ ਹੈ, ਭਾਵ ਮੈਂ ਉਹਨਾਂ ਨੂੰ ਕਿਸ ਤਰੀਕੇ ਨਾਲ ਬੁਲਾਵਾਂ। ਸੁਣ ਕਰ ਬੈਨ ਭਰੇ ਮਰਦਾਨੇ ਸੁਣ ਕੇ ਮਰਦਾਨੇ ਨੇ ਬਚਨ ਆਖੇ, ਕਰੋ ਨਾਮ ਕਰਤਾਰ ਬਖਾਨੇ ਕਹਿੰਦੇ ਭਾਈ ਉੱਥੇ ਜਾ ਕੇ ਤੁਸੀਂ ਕਰਤਾਰ ਦਾ ਨਾਮ ਕਹਿਣਾ ਹੈ। ਜੈ ਵੈਸੇ ਤੇਰੀ ਕੁਲ ਦੀਪਾ ਜਿਸ ਜਗ੍ਹਾ ਦੇ ਉੱਤੇ ਵੇਦੀ ਕੁਲ ਦੇ ਦੀਪਕ ਸਤਿਗੁਰੂ ਜੀ ਬੈਠੇ ਹਨ ਐਤ ਪਰਸਪਰ ਗਏ ਸਮੀਪਾ ਇਹ ਆਪਸ ਦੇ ਵਿੱਚ ਬਚਨ ਵਿਲਾਸ ਕਰਦੇ ਹੋਏ ਨੇੜੇ ਪਹੁੰਚ ਗਏ। ਦੋਹਰਾ ਸ਼੍ਰੀ ਕਰਤਾਰ ਕਰਤਾਰ ਜੀ ਜਾ ਕੇ ਇਹਨੇ ਝੰਡੇ ਬਾਡੀ ਨੇ ਆਖਿਆ ਸਤ ਕਰਤਾਰ ਜੀ ਧੰਨ ਕਰਤਾਰ ਜੀ। ਉਤਰਿਓ ਝੰਡੇ ਜਾਏ ਝੰਡੇ ਬਾਡੀ ਨੇ ਜਾ ਕੇ ਉਚਾਰਿਆ ਘਰ ਆਹਾਰ ਅਗਰ ਚਰੇ ਔਰ ਬੜੇ ਹੀ ਪ੍ਰੇਮ ਦੇ ਸਹਿ ਸਤਿਗੁਰੂ ਜੀ ਦੇ ਅੱਗੇ ਭੋਜਨ ਰੱਖ ਦਿੱਤਾ। ਤਿਗ ਬੈਠੇ ਹਰ ਖਾਏ ਸਤਿਗੁਰੂ ਜੀ ਦੇ ਨੇੜੇ ਬਹੁਤ ਖੁਸ਼ ਹੋ ਕੇ ਬੈਠ ਗਿਆ। ਸ੍ਰੀ ਨਾਨਕ ਭੋਜਨ ਕਰਿਓ ਸਤਿਗੁਰੂ ਨਾਨਕ ਦੇਵ ਜੀ ਨੇ ਪੁੱਛਣਾ ਕੀਤਾ, ਝੰਡੇ ਸੁਣੀਏ ਸੋਨ ਕਹਿਣ ਲੱਗੇ ਹੇ ਭਾਈ ਝੰਡੇ ਬਾਡੀ ਧਿਆਨ ਦੇ ਕੇ ਕੰਨ ਦੇ ਕੇ ਸੁਣ। ਕਹਤੇ ਆਨਿਓ ਅਸਨ ਕੋ ਕਹਿੰਦੇ ਇਹ ਜਿਹੜਾ ਭੋਜਨ ਹੈ ਤੂੰ ਕਿਉਂ ਲੈ ਕੇ ਆਇਆ ਹੈ, ਆਜ ਤੁਮਾਰੋ ਕੌਣ ਕੀ ਕੰਮ ਹੈ ਤੇਰਾ ਜਿਹੜਾ ਤੂੰ ਭੋਜਨ ਲੈ ਆਇਆ। ਪਰਮੇਸ਼ਰ ਭੇਜਾ ਤੁਮੇ ਝੰਡਾ ਬਾਡੀ ਕਹਿਣ ਲੱਗਾ ਮਹਾਰਾਜ ਪਰਮੇਸ਼ਰ ਨੇ ਤੁਹਾਨੂੰ ਇੱਥੇ ਭੇਜਿਆ ਹੈ। ਆਨਿਓ ਮੈਂ ਪਾਸ ਤੇ ਮਹਾਰਾਜ ਸੱਚੇ ਪਾਤਸ਼ਾਹ ਇਸੇ ਕਰਕੇ ਮੈਂ ਤੁਹਾਡੇ ਵਾਸਤੇ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਪਰਮੇਸ਼ਰ ਦੇ ਹੁਕਮ ਮੁਤਾਬਕ ਹੀ ਲੈ ਆਇਆ ਹਾਂ। ਅਸਨ ਅਟੋ ਅਬ ਸੰਤ ਜੀ ਇਹ ਸੰਤ ਜੀ ਹੁਣ ਤੁਸੀਂ ਇਹ ਭੋਜਨ ਛਕੋ। ਪੂਰਨ ਕੀਜੈ ਆਸ ਮੇਰੇ ਮਨ ਦੀ ਜਿਹੜੀ ਆਸਾ ਹੈ ਇੱਛਾ ਇਹਨੂੰ ਪੂਰਨ ਕਰ ਦਈਏ। ਆਓ ਭਾਈ ਸੁਨ ਸ੍ਰੀ ਮੁਕਤੇ ਬਚਨ ਬਖਾਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਣ ਕੇ ਆਪਣੇ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤੇ। ਪਰਮੇਸ਼ਰ ਕੋ ਸਭੋ ਪਛਾਨੇ ਕਹਿੰਦੇ ਝੰਡੇ ਬਾਢੀ ਤੂੰ ਪਰਮੇਸ਼ਰ ਨੂੰ ਪਛਾਣ ਸਕਦਾ ਹੈ। ਦੇਖੋ ਮਨ ਜਨ ਭੋਜਨ ਕਰਹੀ ਜਿਸ ਵਾਹਿਗੁਰੂ ਨੂੰ ਵੱਡੇ ਵੱਡੇ ਰਿਖੀ ਮੁਨੀ ਸੰਤ ਭਗਤ ਖੋਜਦੇ ਫਿਰਦੇ ਹਨ ਚੇਤ ਨੇਤ ਮੁਖ ਗੌਰਵ ਕਰਹੀ ਪਰ ਉਹ ਲੱਭਦਾ ਨਹੀਂ ਕਿਸੇ ਨੂੰ। ਲੱਭਦਿਆਂ ਲੱਭਦਿਆਂ ਜਦੋਂ ਥੱਕ ਜਾਂਦੇ ਆ ਕੋਈ ਉਹਦਾ ਅੰਤ ਨਹੀਂ ਪਾ ਸਕਦਾ ਤੇ ਉਸ ਵੇਲੇ ਨੇਤ ਨੇਤ ਕਹਿ ਦਿੰਦੇ ਆ ਮੁਖ। ਨੇਤ ਦਾ ਅਰਥ ਬਣਦਾ ਹੈ ਨਾ ਇਤੀ, ਜਿਸ ਦਾ ਅੰਤ ਨਹੀਂ ਹੈ। ਇਤੀ ਸੰਸਕ੍ਰਿਤ ਦੇ ਵਿੱਚ ਅੰਤ ਨੂੰ ਕਹਿੰਦੇ ਆ। ਸੰਸਕ੍ਰਿਤ ਦੇ ਗ੍ਰੰਥਾਂ ਦੇ ਵਿੱਚ ਜਦੋਂ ਕਿਸੇ ਕਿਤਾਬ ਦੀ ਕਿਸੇ ਅਧਿਆਏ ਦੀ ਪੁਸਤਕ ਦੀ ਸੰਪੂਰਨਤਾ ਹੁੰਦੀ ਹੈ ਤੇ ਈੜੀ ਨੂੰ ਸਿਹਾਰੀ ਤੇ ਤੱਤੇ ਨੂੰ ਸਿਹਾਰੀ ਇਤ ਸ਼ਬਦ ਜਾਂ ਇਤੀ ਸ਼ਬਦ ਲਿਖ ਦਿੱਤਾ ਜਾਂਦਾ ਤੇ ਨਾ ਇਤੀ ਦਾ ਮਤਲਬ ਹੁੰਦਾ ਬੇਅੰਤ। ਜਦੋਂ ਸੰਤ ਭਗਤ ਖੋਜਦੇ ਹੋਏ ਵਾਹਿਗੁਰੂ ਦਾ ਥਾਹ ਨਹੀਂ ਪਾ ਸਕਦੇ ਉਹਨੂੰ ਬੇਅੰਤ ਬੇਅੰਤ ਕਹਿੰਦੇ ਹਨ। ਸੁਣੋ ਸੰਤ ਜੀ ਮਿਲ ਗੁਣ ਗਾਵੇ ਇਹ ਸੰਤ ਜੀ ਸੁਣੋ ਅਸੀਂ ਤਾਂ ਰਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ। ਭੋਜਨ ਹਿਤ ਬਲਾਕ ਵਧਾਵੇ ਉਹ ਵਾਹਿਗੁਰੂ ਨੂੰ ਖੋਜਣ ਦੇ ਵਾਸਤੇ ਉਹ ਵਾਹਿਗੁਰੂ ਦੀ ਭਾਲ ਵਾਸਤੇ ਮਨ ਵਿੱਚ ਅਭਿਲਾਖਾ ਇੱਛਾ ਵਧਾਉਂਦੇ ਹਾਂ। ਮਨ ਕੋ ਮਿਲੇ ਜਬੈ ਗੁਰ ਪੂਰਾ ਜਦੋਂ ਸਾਨੂੰ ਕੋਈ ਪੂਰਨ ਗੁਰੂ ਮਿਲ ਜਾਵੇਗਾ ਸੋਲ ਗਵਾਏ ਆਤਮ ਰੂਰਾ ਸੋ ਉਹ ਗੁਰੂ ਹੀ ਕਿਰਪਾ ਕਰੇਗਾ ਸਾਨੂੰ ਆਤਮ ਦਾ ਜਿਹੜਾ ਗਿਆਨ ਹੈ ਪ੍ਰਮਾਤਮਾ ਦਾ ਗਿਆਨ ਸੁੰਦਰ ਉਹ ਦੇਵੇਗਾ। ਸ੍ਰੀ ਨਾਨਕ ਤਬ ਬਚਨ ਉਚਾਰਾ ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਉਚਾਰਨ ਕੀਤਾ। ਤੇਰੀ ਸੰਗਤ ਮੇਲ ਤੁਮਾਰਾ ਕਹਿੰਦੇ ਝੰਡੇ ਬਾਢੀ ਕਿਹਦੀ ਸੰਗਤ ਵਿੱਚ ਤੇਰਾ ਮੇਲ ਮਿਲਾਪ ਹੈ। ਝੰਡਾ ਪੈ ਭੂਪ ਭਗਨੀ ਸੁਤ ਝੰਡਾ ਬਾਢੀ ਕਹਿਣ ਲੱਗਾ ਮਹਾਰਾਜ ਜਿਹੜਾ ਸਾਡੇ ਨਗਰ ਦਾ ਰਾਜਾ ਨਾ ਉਹਦੀ ਭੈਣ ਦਾ ਪੁੱਤਰ ਭਾਵ ਰਾਜੇ ਦਾ ਭਾਣਜਾ ਹੈ। ਭਗਤ ਕਰੈ ਮਿਲ ਕੇ ਤੇ ਸੰਜਤ ਉਸ ਇੰਦਰ ਸੈਨ ਦੇ ਨਾਲ ਮਿਲ ਕੇ ਮੈਂ ਭਗਤੀ ਕਰਦਾ ਹਾਂ। ਸ੍ਰੀ ਗੁਰ ਭਨੈ ਅਸਨ ਜੋ ਆਨਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਝੰਡੇ ਜਿਹੜਾ ਤੂੰ ਆ ਭੋਜਨ ਲੈ ਕੇ ਆਇਆ ਹੈ ਜਾਂ ਕੋ ਕਰੋ ਪੰਜ ਇਸਤਾਨਾ ਇਹਨੂੰ 5 ਭਾਗਾਂ ਦੇ ਵਿੱਚ ਵੰਡ ਦੇ 5 ਜਗ੍ਹਾ ਕਰ ਦੇ। ਏਕ ਭਾਗ ਕੋ ਲਿਓ ਕੋ ਜੋ ਅਸਮਝੋ ਹੋਏ
ਇੱਕ ਭਾਗ ਦਾ ਜਿਹੜਾ ਭੋਜਨ ਪ੍ਰਸ਼ਾਦਾ ਹੋਵੇਗਾ ਮਰਦਾਨੇ ਕੋ ਦੀਜੈ ਸੋਏ ਉਹ ਭਾਈ ਮਰਦਾਨੇ ਤਾਂ ਹੀ ਦੇ ਦਈਏ। ਇੰਦਰ ਸੈਨ ਕੋ ਲਿਓ ਬੁਲਾਈ ਫਿਰ ਦੂਜਾ ਜਿਹੜਾ ਤੇਰਾ ਸਾਥੀ ਹੈ ਇੰਦਰ ਸੈਨ ਉਹਨੂੰ ਵੀ ਬੁਲਾ ਕੇ ਲਾਇਆ। ਭੋਜਨ ਪੁਨ ਤੁਮਾਰਾ ਮਖਾਈ ਜਦੋਂ ਉਹਨੂੰ ਬੁਲਾ ਕੇ ਲਿਆਏਗਾ ਸਾਨੂੰ ਉਹ ਮਿਲੇਗਾ, ਉਸ ਤੋਂ ਬਾਅਦ ਅਸੀਂ ਤੇਰਾ ਭੋਜਨ ਛਕਾਂਗੇ। ਆਏ ਸਮਾਨ ਕੀਨ ਪੰਜ ਭਾਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਝੰਡੇ ਵਾਢੀ ਨੇ ਜਿਹੜਾ ਭੋਜਨ ਲੈ ਕੇ ਆਇਆ ਸੀ 5 ਭਾਗਾਂ ਵਿੱਚ ਵੰਡ ਦਿੱਤਾ। ਏਕ ਭਾਗ ਦੇਵਨ ਤਬ ਲਾਗਾ ਇੱਕ ਹਿੱਸਾ ਉਸ ਵੇਲੇ ਚੁੱਕ ਕੇ ਭਾਈ ਮਰਦਾਨੇ ਨੂੰ ਦੇਣ ਲੱਗਾ। ਨਹਿਲੇ ਮਰਦਾਨਾ ਕਹੇ ਪਰ ਭਾਈ ਮਰਦਾਨਾ ਭੋਜਨ ਪ੍ਰਸ਼ਾਦਾ ਲੈਂਦਾ ਨਹੀਂ ਤੇ ਕਹਿੰਦਾ ਹੈ ਤੁਮ ਖਾ ਲੋ ਮੈਂ ਖਾਊਂ ਮਹਾਰਾਜ ਸੱਚੇ ਪਾਤਸ਼ਾਹ ਜੇਕਰ ਆਪ ਜੀ ਛਕੋਗੇ ਤਾਂ ਫੇਰ ਮੈਂ ਛਕਾਂਗਾ। ਗੁਰੂ ਬਨੈ ਤੁਲ ਭੂਖ ਬਹੁ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਤੈਨੂੰ ਭੁੱਖ ਬਹੁਤੀ ਲੱਗੀ ਹੈ, ਖਾਓ ਕਰਨਾ ਹਟਾਓ ਇਹ ਭੋਜਨ ਪ੍ਰਸ਼ਾਦਾ ਛਕ ਲਾ, ਹਟਾ ਨਾ ਮਨਾ ਨਾ ਕਰ। ਖਾਓ ਭਾਈ ਸੁਣ ਬਚ ਅਜਿਓ ਅਸਨਾ ਮਰਦਾਨੇ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਭਾਈ ਮਰਦਾਨੇ ਨੇ ਭੋਜਨ ਛਕ ਲਿਆ। ਔਰ ਧਰਾ ਸਬਦ ਸਹਿ ਸਦਾਨੇ ਬਾਕੀ ਦੇ ਜਿਹੜੇ 4 ਹਿੱਸੇ ਸੀ ਉਹ ਉਸੇ ਜਗ੍ਹਾ ਸਤਿਗੁਰੂ ਦੇ ਅੱਗੇ ਰੱਖੇ ਹੋਏ ਹਨ। ਲਾਗਿਓ ਗੁਲਾਮਨ ਤਾਕੋ ਝੰਡਾ ਵਾਢੀ ਜਿਹੜਾ ਆਪਣੇ ਮਿੱਤਰ ਇੰਦਰ ਸੈਨ ਨੂੰ ਬੁਲਾਉਣ ਗਿਆ। ਸੁਦਰ ਸੈਨ ਨਿਰਪਮਾਤਰ ਜੰਪ ਸੁਦਰਸੈਨ ਰਾਜਾ ਜਿਸ ਦਾ ਮਾਮਾ ਹੈ ਸੁਦਰਸੈਨ ਰਾਜੇ ਦੇ ਭਾਣਜੇ ਨੂੰ ਇੰਦਰਸੈਨ ਨੂੰ ਬੁਲਾਉਣ ਗਿਆ ਹੈ। ਇੰਦਰ ਸੈਨ ਤਬ ਉਪਬਨ ਬੈਸਾ ਉਸ ਵੇਲੇ ਜਿਹੜਾ ਇੰਦਰਸੈਨ ਹੈ ਉਹ ਬਾਗ ਦੇ ਵਿੱਚ ਬੈਠਾ ਹੈ। ਸੋ ਬਚਨਾ ਉਚਾਰਿਓ ਐਸਾ ਝੰਡੇ ਵਾਢੀ ਨੇ ਜਾ ਕੇ ਉਹਨੂੰ ਇਉਂ ਬਚਨ ਆਖਿਆ, ਜੇ ਗਿਆਨ ਧਿਆਨਾ ਕਹਿਣ ਲੱਗਾ ਵੀ ਜਿਸ ਗਿਆਨ ਧਿਆਨ ਦੇ ਵਾਸਤੇ ਆਪਾਂ ਭਗਤੀ ਕਰਦੇ ਹਾਂ, ਮੇਰਾ ਸੰਤ ਪੂਰਨ ਗਤ ਦਾਨਾ ਅੱਜ ਮੈਨੂੰ ਇੱਕ ਪੂਰਨ ਸੰਤ ਦਾ ਮੁਕਤੀ ਦਾਤੇ ਦਾ ਮਿਲਾਪ ਹੋਇਆ ਹੈ ਗੁਲਾਬਤ ਹਬ ਤੈ ਪਾਹੀ ਤੇ ਚੱਲ ਆਪਣੀ ਕਿਸਮਤ ਜਾਗ ਪਈ ਆ, ਉਹਨੇ ਤੈਨੂੰ ਵੀ ਆਪਣੇ ਕੋਲ ਬੁਲਾਇਆ ਹੈ। ਮੈਂ ਅਸਨਾ ਅਤਤ ਸੋਨਾਈ ਨਾਹੀ ਤੇ ਉਹਨਾਂ ਨੇ ਆਖਿਆ ਵੀ ਜਿੰਨੀ ਦੇਰ ਤੱਕ ਇੰਦਰਸੈਨ ਨਹੀਂ ਆਉਂਦਾ ਉਹਦੇ ਤੋਂ ਬਿਨਾ ਅਸੀਂ ਭੋਜਨ ਨਹੀਂ ਛਕਾਂਗੇ। ਸੁਨ ਕਰ ਇੰਦਰ ਸੈਨ ਰਖਾਨਾ ਇੰਦਰਸੈਨ ਸੁਣ ਕੇ ਬੜਾ ਖੁਸ਼ ਹੋ ਗਿਆ, ਜਨ ਪਿਆਸੇ ਕੋ ਸੁਦਾ ਮਿਲਾਨਾ ਜਿਵੇਂ ਕਿਸੇ ਪਿਆਸੇ ਬੰਦੇ ਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ ਹੋਵੇ। ਸੁਨ ਕਰ ਗਮਨ ਪੂਰਨ ਸੰਗਾ ਉਸ ਵੇਲੇ ਜਲਦੀ ਦੇ ਨਾਲ ਉੱਠ ਕੇ ਨਾਲ ਤੁਰ ਪਿਆ ਝੰਡੇ ਵਾਢੀ ਦੇ। ਜਿਨ ਕੇ ਮਨ ਬੋ ਪ੍ਰੇਮ ਮੰਗਾ ਸੋ ਜਿਸ ਦੇ ਮਨ ਦੇ ਵਿੱਚ ਬਹੁਤ ਪ੍ਰੇਮ ਤੇ ਬੜੀ ਉਮੰਗ ਚਾਹਨਾ ਇੱਛਾ ਹੈ, ਰਾਜਤ ਬੇਦੀ ਕੁਲਗ ਠੀਕਾ ਜਿੱਥੇ ਬੇਦੀ ਕੁਲ ਦੇ ਟਿੱਕਾ ਸਰੂਪ ਸਤਿਗੁਰੂ ਨਾਨਕ ਦੇਵ ਜੀ ਵਿਰਾਜੇ ਬੈਠੇ ਹੋਏ ਹਨ, ਆਨੰਦਾਂ ਕੇ ਦਰਸ਼ਨ ਦੀਕਾ ਉੱਥੇ ਪਹੁੰਚ ਕੇ ਇਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਸੁੰਦਰ ਦਰਸ਼ਨ ਕੀਤੇ। ਪਦ ਬਿੰਦ ਬੰਦਨਾ ਕਰਕੇ ਸਤਿਗੁਰੂ ਜੀ ਦੇ ਕਮਲ ਫੁੱਲਾਂ ਵਰਗੇ ਸੋਹਣੇ ਚਰਨਾਂ ਉੱਤੇ ਮੱਥਾ ਟੇਕਿਆ। ਬੈਠਿਓ ਨਿਕਟ ਭਾਉ ਔਰ ਧਰਕੈ ਹਿਰਦੇ ਵਿੱਚ ਬਹੁਤ ਭਾਵਨਾ ਪ੍ਰੇਮ ਧਾਰ ਕੇ ਬੈਠ ਗਏ। ਬੋਲੇ ਕਲਤ ਬੇਨਤੀ ਦੋ ਦੋਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਨਿਵੇਦਨ ਕਰਦੇ ਬੇਨਤੀ ਕਰਦੇ ਹਨ। ਜਿਨ ਕੇ ਹਿਰਦੈ ਵਿਕਾਰ ਨ ਕੋ ਜਿਨ੍ਹਾਂ ਦਾ ਹਿਰਦਾ ਬੜਾ ਸ਼ੁੱਧ ਹੈ, ਮਨ ਵਿੱਚ ਕੋਈ ਕਿਸੇ ਪ੍ਰਕਾਰ ਦਾ ਵਿਕਾਰ ਦੋਸ਼ ਔਗਣ ਨਹੀਂ ਹੈ। ਜੇ ਕਰ ਤੁਮ ਹੋ ਗਿਆਨ ਸੰਪੂਰਨ ਤੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਜੇਕਰ ਆਪ ਜੀ ਗਿਆਨ ਦੇ ਵਿੱਚ ਸੰਪੂਰਨ ਹੋ ਜੇ ਜੋ ਉਪਦੇਸ਼ ਦੀਜੀਏ ਪੂਰਨ ਤੇ ਜਲਦੀ ਦੇ ਨਾਲ ਸਾਨੂੰ ਆਪਣਾ ਉਪਦੇਸ਼ ਬਖਸ਼ਣਾ ਕਰੋ। ਬਹੁਤ ਦਿਨ ਕੀ ਹਮ ਵਰ ਚਾਹੋ ਸਾਡੇ ਮਨਾਂ ਦੇ ਵਿੱਚ ਬਹੁਤ ਦਿਨਾਂ ਦੀ ਇਹ ਇੱਛਾ ਹੈ, ਸਰੋਤ ਵੈਦ ਸਰੋਰ ਤੇ ਦਾਹੂ ਇਸ ਕਰਕੇ ਆਪ ਜੀ ਸਾਡੇ ਹਿਰਦਿਆਂ ਦੀ ਜਿਹੜੀ ਦਵਾਇਤ ਹੈ ਉਹ ਨਾਸ਼ ਕਰ ਦਿਓ, ਦਹਨ ਦਗਧ ਕਰ ਦਿਓ ਗਿਆਨਾਨੰਦ ਦਾਨ ਕੋ ਦੀਜੈ ਔਰ ਗਿਆਨ ਆਨੰਦ ਦਾ ਦਾਨ ਸਾਨੂੰ ਬਖਸ਼ ਦਿਓ। ਪਰ ਸੰਤ ਕਿਰਪਾਲ ਪ੍ਰਸੀਜੈ ਇਹ ਕਿਰਪਾਲੂ ਸੰਤ ਜੀ ਸਾਡੇ ਉੱਤੇ ਮਿਹਰ ਕਰੋ, ਸਾਡੇ ਤੇ ਪ੍ਰਸੰਨਤਾ ਕਰੋ। ਕੋਟਿ ਜਨਮ ਬਤੀਤੇ ਭੁਲੇ ਕਰੋੜਾਂ ਜਨਮ ਬਤੀਤ ਹੋ ਗਏ ਹਨ ਭੁੱਲੇ ਹੋਇਆਂ ਨੂੰ, ਨਿਜ ਸਰੂਪ ਤੇ ਭੇ ਅਪਰਤ ਭੁਲੇ ਆਪਣੇ ਨਿਜ ਸਰੂਪ ਤੋਂ ਉਲਟ ਹੋ ਗਏ ਹਨ। ਕਿਉਂਕਿ ਬੰਦਾ ਆਪਣੇ ਨਿਜ ਸਰੂਪ ਨੂੰ ਭੁੱਲਿਆ ਹੋਏ ਜਨਮਾਂ ਜਨਮਾਂਤਰਾਂ ਵਿੱਚ ਘੁੰਮਦਾ ਹੈ। ਭੂਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਾ ਭੂਪ। ਧਰਮ ਗ੍ਰੰਥਾਂ ਵਿੱਚ ਵਚਨ ਆਉਂਦੇ ਆ
ਆਪਣੇ ਆਤਮ ਸਰੂਪ ਨੂੰ ਮੁੜ ਤੋਂ ਜਾਣ ਲੈਣਾ ਕਿ ਮੈਂ ਪਰਮਾਤਮਾ ਦੀ ਅੰਸ਼ ਹਾਂ। ਪਰਮਾਤਮਾ ਦੇ ਵਿੱਚੋਂ ਇਹ ਜੀਵ ਆਤਮਾ ਵੱਖਰਾ ਹੋਇਆ ਹੈ। ਦੁਬਾਰਾ ਉਸ ਪਰਮਾਤਮਾ ਦੇ ਵਿੱਚ ਮਿਲਣਾ ਹੀ ਇਸ ਜੀਵ ਆਤਮਾ ਦਾ ਲਕਸ਼ ਹੈ, ਨਿਸ਼ਾਨਾ ਹੈ। ਸੋ ਮਹਾਰਾਜ ਇਉਂ ਅਸੀਂ ਆਪਣੇ ਆਤਮ ਸਰੂਪ ਤੋਂ ਭੁੱਲੇ ਹੋਏ ਹਾਂ। ਸੋ ਸਰੂਪ ਦੇਵ ਦਿਖਾਈ। ਮਹਾਰਾਜ ਉਹ ਸਾਡਾ ਆਤਮ ਸਰੂਪ ਜਿਹੜਾ ਹੈ ਪਰਮਾਤਮਾ, ਉਹ ਸਾਨੂੰ ਦਿਖਾ ਦਿਓ। ਜਾਣੈ ਕਬੂ ਰਾਵਣ ਜਾਈ। ਜਿਸ ਕਰਕੇ, ਜਿਸ ਦੇ ਜਾਣਨੇ ਕਰਕੇ ਫਿਰ ਆਉਣਾ ਜਾਣਾ ਮਿਟ ਜਾਂਦਾ ਹੈ। ਹਰਖ ਸ਼ੋਕ ਕੈ ਬੰਦ ਬਹੀਨਾ। ਔਰ ਹਰਖ ਸ਼ੋਕ, ਖੁਸ਼ੀ ਗਮੀ ਔਰ ਦਵੈਤ ਦੁੱਖ ਆਦਿਕ ਜਿਹੜੇ ਉਹਨਾਂ ਤੋਂ ਵਿਹੀਨ ਹੋ ਜਾਈਦਾ ਹੈ, ਰਹਿਤ ਹੋ ਜਾਈਦਾ ਹੈ। ਜੋ ਕੇ ਮਲ ਤੇ ਵੈ ਨਾ ਮਲੀਨਾ। ਔਰ ਜਿਹੜਾ ਪ੍ਰਮਾਤਮਾ ਕਿਸੇ ਮੈਲ ਦੇ ਨਾਲ ਮਲੀਨ ਨਹੀਂ ਹੁੰਦਾ, ਮੈਲਾ ਨਹੀਂ ਹੁੰਦਾ। ਸੁਣ ਕਰ ਬਿਨੈ ਦੀਨ ਦੁਖ ਕੰਜਨ। ਇਹਨਾਂ ਦੀ ਬੇਨਤੀ ਸੁਣ ਕੇ ਦੁਖੀਆਂ ਦੇ ਦੁੱਖਾਂ ਨੂੰ ਕੱਟਣ ਵਾਲੇ ਬੋਲੇ ਹੇਤ ਭਗਤ ਬ੍ਰਹਮ ਭੰਜਨ। ਸਤਿਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਦੇ ਹਿਰਦੇ ਦੇ ਭਰਮਾਂ ਨੂੰ ਭੰਜਣ ਵਾਸਤੇ, ਨਾਸ਼ ਕਰਨ ਵਾਸਤੇ ਬੋਲੇ। ਗਿਆਨਾ ਆਨੰਦ ਮੈਂ ਚਾਹੂੰ ਜੇ ਮਗਨਾ। ਕਹਿੰਦੇ ਭਾਈ ਜੇ ਗਿਆਨ ਆਨੰਦ ਦੇ ਵਿੱਚ ਮਗਨ ਹੋਣਾ ਚਾਹੁੰਦੇ ਹੋ ਜੇ ਸਰੂਪ ਕੀ ਦੇਵ ਕੋ ਲਗਨਾ। ਔਰ ਆਪਣੇ ਨਿਜ ਸਰੂਪ ਦੀ ਲਿਵ ਦੇ ਵਿੱਚ ਲੱਗਣਾ ਚਾਹੁੰਦੇ ਹੋ, ਇਕਾਗਰਤਾ ਬਣਾਉਣੀ ਚਾਹੁੰਦੇ ਹੋ, ਆਓ ਪ੍ਰਥਮੈ ਗੁਰ ਦਰਸ਼ਨਾ ਦੀਜੈ। ਤੇ ਭਾਈ ਫਿਰ ਤੁਹਾਨੂੰ ਇਹ ਮੁਫਤੋਂ ਮੁਫਤੀ ਅਸੀਂ ਗਿਆਨ ਕਿਵੇਂ ਦੇ ਦਈਏ? ਪਹਿਲਾਂ ਕੋਈ ਗੁਰੂ ਦਛਣਾ ਦਿਓ ਸਾਨੂੰ। ਆਸੈ ਸ਼ਰਮ ਗਿਆਨ ਕੋ ਕੀਜੈ। ਉਸ ਤੋਂ ਬਾਅਦ ਜਿਹੜਾ ਗਿਆਨ ਹੈ ਉਹਨੂੰ ਸਰਵਣ ਕਰੋ। ਲਗਨੋ ਜਗਤ ਅਸਤ ਸਭ ਸਾਰੋ। ਔਰ ਇਹ ਜਿਹੜਾ ਸੰਸਾਰ ਹੈ ਇਹਨੂੰ ਅਸਤ ਜਾਣਨਾ, ਇਹਨੂੰ ਕੂੜਾ ਝੂਠਾ ਜਾਣਨਾ। ਜਾਂ ਤੇ ਸਭ ਹਮਕੋ ਲੈ ਡਾਰੋ। ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਜਗਤ ਨੂੰ ਝੂਠਾ ਤੇ ਪਰਮਾਤਮਾ ਨੂੰ ਸੱਚਾ, ਆਤਮ ਸਰੂਪ ਦੀ ਸੋਝੀ ਪ੍ਰਾਪਤ ਕਰਨੀ ਚਾਹੁੰਦੇ ਹੋ, ਤੇ ਜਿਹੜਾ ਤੁਹਾਡਾ ਸਾਰਾ ਪਦਾਰਥ ਹੈ ਸੋ ਉਹ ਸਾਨੂੰ ਅਰਪਣ ਕਰ ਦਿਓ। ਸਤ ਵਿਚਾਰ ਵੈਰਾਗ ਜੇ ਆਈ। ਜੋ ਵੀ ਤੁਹਾਡੇ ਕੋਲ ਹੈ ਸਭ ਕੁਝ ਸਾਨੂੰ ਅਰਪਣ ਕਰ ਦਿਓ। ਉਸ ਤੋਂ ਬਾਅਦ ਸਤ ਦੀ ਵਿਚਾਰ ਅਤੇ ਵਿਰਾਗ ਜਿਹੜਾ ਉਹ ਪੈਦਾ ਹੋਵੇਗਾ। ਆਦ ਦਾਲ ਜੋ ਗੁਣ ਜ ਸਮਾਈ। ਔਰ ਆਦ ਤੋਂ ਹੀ ਉਦਾਰਤਾ ਦਾ ਜਿਹੜਾ ਗੁਣ ਜਿਸ ਵਿੱਚ ਹੈ, ਸਤ ਵਿਰਾਗ ਉਦਾਰਤਾ ਇਤਿਆਦਿਕ, ਤਾਂ ਕੋ ਸਹਿਜ ਸੁਭਾਇਕ ਗਿਆਨਾ। ਸੋ ਉਸ ਨੂੰ ਸਹਿਜ ਸੁਭਾਏ ਹੀ ਜਿਹੜਾ ਉਹਦਾ ਗਿਆਨ ਪ੍ਰਾਪਤ ਕਰਨਾ। ਵੈ ਆਵਤ ਹੈ ਆਨੰਦ ਮਾਨਾ। ਔਰ ਸੁਤੇ ਸਿੱਧ ਜਦੋਂ ਇਹ ਤੁਹਾਨੂੰ ਗਿਆਨ ਹੋ ਗਿਆ ਉਸ ਵੇਲੇ ਮਹਾਨ ਆਨੰਦ ਦੀ ਪ੍ਰਾਪਤੀ ਹੋਵੇਗੀ। ਜਿਨ ਮੈਂ ਏ ਗੁਣ ਪਾਈਤ ਨਾਹੀ। ਜਿਨ੍ਹਾਂ ਲੋਕਾਂ ਦੇ ਵਿੱਚ ਸਤ, ਸੰਤੋਖ, ਉਦਾਰਤਾ, ਧੀਰਜ, ਧਰਮ ਇਤਿਆਦਿਕ ਗੁਣ ਪਾਏ ਨਹੀਂ ਜਾਂਦੇ, ਪ੍ਰਾਪਤ ਨਹੀਂ ਹਨ ਜਿਨ੍ਹਾਂ ਨੂੰ ਇਹ ਗੁਣ, ਕਾਇਕ ਗਿਆਨ ਹੋਏ ਰਮਾਹੀ। ਤੇ ਚਾਹੁੰਦੇ ਆ ਕਿ ਹਿਰਦੇ ਵਿੱਚ ਸਾਨੂੰ ਪਰਮਾਤਮਾ ਦਾ ਗਿਆਨ ਹੋ ਜਾਵੇ। ਕੋ ਕਰਨੋ ਲਗੋ ਅਕਾਰਤ। ਕਹਿੰਦੇ ਭਾਈ ਉਹਨਾਂ ਦੇ ਤਾਂ ਸਾਰੇ ਸਾਧਨ ਕਰਨੇ, ਸਾਰੇ ਯਤਨ ਕਰਨੇ ਨਿਸਫਲ ਹੀ ਹੈ। ਕਿਉਂਕਿ ਪਰਮਾਤਮਾ ਦਾ ਜੇ ਦੀਦਾਰ ਕਰਨਾ ਹੈ, ਪਰਮਾਤਮਾ ਦੇ ਦਰਸ਼ਨ ਕਰਨੇ, ਆਪਣੇ ਨਿਜ ਸਰੂਪ ਦੇ ਵਿੱਚ ਜੁੜਨਾ ਹੈ, ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਨੀ ਹੈ, ਤੇ ਸਤ, ਸੰਤੋਖ, ਦਇਆ, ਧੀਰਜ ਇਤਿਆਦਿਕ ਗੁਣਾਂ ਨੂੰ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਜੇ ਕੋਈ ਸਾਧ ਸੰਗਤ ਜੀ ਆਪਣੇ ਆਪ ਨੂੰ ਕਹਾਵੇ ਤਾਂ ਧਰਮੀ, ਪਰ ਆ ਜਿਹੜੇ ਦਇਆ, ਧਰਮ, ਸਤ, ਸੰਤੋਖ ਇਤਿਆਦਿਕ ਗੁਣ ਨਾ ਹੋਣ ਤੇ ਫਿਰ ਉਹ ਧਰਮੀ ਤਾਂ ਨਹੀਂ ਨਾ, ਫਿਰ ਤਾਂ ਵਿਖਾਵੇ ਦਾ ਧਰਮੀ ਹੈ, ਭੇਖ ਦਿਖਾਵਾ ਹੀ ਹੈ। ਜੋ ਪਰਮਾਤਮਾ ਦੇ ਗੁਣ ਹੈ ਪਹਿਲਾਂ ਉਹਨਾਂ ਗੁਣਾਂ ਨੂੰ ਧਾਰਨ ਕਰਨਾ, ਫਿਰ ਗੁਣ ਕਹਿ ਗੁਣੀ ਸਮਾਵਣਿਆ। ਉਸ ਗੁਣੀ ਦੇ ਗੁਣਾਂ ਨੂੰ ਕਹਿੰਦਿਆਂ ਕਹਿੰਦਿਆਂ, ਜਪਦਿਆਂ ਜਪਦਿਆਂ ਉਸ ਗੁਣੀ ਦੇ ਵਿੱਚ ਸਮਾਈ ਹੋ ਜਾਂਦੀ ਹੈ, ਮਿਲਾਪ ਹੋ ਜਾਂਦਾ ਹੈ। ਸੋ ਪਹਿਲਾਂ ਧਰਮ ਦੇ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ। ਇਸੇ ਕਰਕੇ ਜਦੋਂ 10ਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ ਨਾ, 5 ਪਿਆਰੇ ਸਾਜੇ ਆ, ਤੇ 5 ਪਿਆਰਿਆਂ ਦੇ ਨਾਮ ਦੇ ਵਿੱਚ ਵੀ ਬਹੁਤ ਵੱਡੀ ਫਿਲਾਸਫੀ, ਬਹੁਤ ਵੱਡਾ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ। ਖਾਲਸੇ ਦੀ, ਪੰਥ ਦੀ, ਧਰਮ ਦੀ ਨੀਂਹ ਰੱਖਣ ਲੱਗੇ ਆ, ਤੇ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਜੀ ਆਏ ਆ। ਇਹਦਾ ਭਾਵ ਹੈ ਕਿ ਧਰਮ ਦੇ ਵਿੱਚ ਪਹਿਲਾਂ ਸਭ ਤੋਂ ਦਇਆ ਹੋਣੀ ਚਾਹੀਦੀ ਹੈ, ਫਿਰ ਧਰਮ ਸਿੰਘ ਜੀ ਆਏ ਆ। ਇਸੇ ਤਰ੍ਹਾਂ ਹਿੰਮਤ
ਮੋਹ ਕਮਤਾ ਤੇ ਸਾਹਿਬ ਦੀ ਪ੍ਰਾਪਤੀ। ਇਹ ਪੰਜੇ ਗੁਣ ਹੈ। ਪੰਜ ਪਿਆਰਿਆਂ ਦੇ ਨਾਮ ਦੇ ਵਿੱਚੋਂ ਵੀ ਉਪਦੇਸ਼ ਮਿਲਦਾ। ਔਰ ਇਕੱਲੇ ਸਿੱਖ ਧਰਮ ਦੇ ਵਿੱਚ ਨਹੀਂ, ਹਿੰਦੂ ਧਰਮ ਦੇ ਵਿੱਚ ਵੇਖ ਲਓ, ਜਿਸ ਵੇਲੇ ਪੰਡਤ ਹਰਦਿਆਲ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਨੇਊ ਪਾਉਣਾ ਚਾਹੁੰਦਾ ਸੀ ਨਾ, ਯੱਗੋਪਵੀਤ ਕਰਨਾ, ਜੰਜੂ ਪਾਉਣਾ, ਤੋ ਸਤਿਗੁਰੂ ਜੀ ਨੇ ਜਿਹੜਾ ਉਸ ਵੇਲੇ ਬਚਨ ਉਚਾਰਨ ਕੀਤਾ ਹੈ, ਹਿੰਦੂ ਧਰਮ ਦੇ ਵਿੱਚ ਵੀ ਸਭ ਤੋਂ ਪਹਿਲਾਂ ਦਇਆ ਨੂੰ ਹੀ ਜਗ੍ਹਾ ਸਤਿਗੁਰੂ ਨੇ ਦਿੱਤੀ ਹੈ। ਜਿਹੜਾ ਸਤਿਗੁਰੂ ਨੇ ਕਿਹਾ ਸੀ ਵੀ ਪੰਡਤਾ ਮੈਂ ਜਨੇਊ ਪਾਉਣ ਤੋਂ ਤੈਨੂੰ ਮਨਾ ਨਹੀਂ ਕਰਦਾ, ਪਰ ਇਹੋ ਜਿਹਾ ਜਨੇਊ ਪਾ ਦੇ ਜੇ ਤੇਰੇ ਕੋਲ ਹੈ, ਹੀ ਤਾਂ ਪਾਂਡੇ ਘੱਤ, ਜੇ ਹੈਗਾ ਤਾਂ ਮੈਨੂੰ ਪਾ ਦੇ। ਮਨਾ ਨਹੀਂ ਕਰਦੇ ਅਸੀਂ ਜਨੇਊ ਪਾਉਣ ਤੋਂ, ਪਰ ਜਨੇਊ ਕਿਹੋ ਜਿਹਾ? ਦਇਆ ਕਪਾਹ। ਉਹਦੇ ਵਿੱਚ ਵੀ ਦਇਆ ਦੀ ਕਪਾਹ ਪਹਿਲਾਂ ਹੋਵੇ। ਦਇਆ ਪਹਿਲਾਂ ਚਾਹੀਦੀ ਹੈ ਧਾਰਮਿਕ ਹੋਣ ਵਾਸਤੇ, ਧਰਮੀ ਬਣਨ ਵਾਸਤੇ। ਜੇ ਦਇਆ ਨਹੀਂ ਹੈ ਮਨ ਦੇ ਵਿੱਚ ਤੇ ਫਿਰ ਸਾਧ ਸੰਗਤ ਧਰਮ ਪੈਦਾ ਕਿਵੇਂ ਹੋਏਗਾ? ਧੌਲ ਧਰਮ ਦਇਆ ਕਾ ਪੂਤ, ਦਇਆ ਮਾਂ ਹੈ, ਧਰਮ ਪੁੱਤਰ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਕਹਿ ਰਹੇ ਹਨ ਕਿ ਇਤਿਆਦਿਕ ਜਿਹੜੇ ਦਇਆ ਧਰਮ ਸਤ ਸੰਤੋਖ ਆਦਿਕ ਜਿਹੜੇ ਗੁਣ ਹੈ, ਜਿਨ੍ਹਾਂ ਲੋਕਾਂ ਦੇ ਵਿੱਚ ਨਹੀਂ ਹੈ ਤੇ ਉਹ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹੋਣ, ਰੱਬ ਦੇ ਦੀਦਾਰਿਆਂ ਦੀ ਇੱਛਾ ਰੱਖਦੇ ਹੋਣ, ਕਹਿੰਦੇ ਵਿਅਰਥ ਜਾਏਗਾ ਉਹਨਾਂ ਦਾ। ਦਇਆ ਕਪਾਹ ਸੰਤੋਖ ਸੂਤ ਜਾਤ ਗੰਢੀ ਸਤ ਵਟ, ਇਹੋ ਜਨੇਊ ਜੀਅ ਕਾ ਹਈ ਤਾਂ ਪਾਂਡੇ ਕੱਤ ਕਿਹਾ ਸੀ ਨਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਵੀ ਧਰਮ ਦੇ ਗੁਣਾਂ ਨੂੰ ਪ੍ਰਗਟ ਕੀਤਾ, ਤੇ ਜੇ 10ਵੇਂ ਜਾਮੇ ਵਿੱਚ ਆ ਕੇ ਖਾਲਸਾ ਸਾਜਦੇ ਆ ਤੇ ਉਸ ਵੇਲੇ ਵੀ ਪੰਥ ਸਾਜਣ ਵੇਲੇ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਪੰਜ ਧਰਮ ਦੇ ਇਹ ਗੁਣ ਪ੍ਰਗਟ ਕੀਤੇ ਆ, ਪੰਜਾਂ ਦੇ ਜਿਹੜੇ ਸੀਸ ਲਏ ਆ। ਸਤਿਗੁਰੂ ਨਾਨਕ ਦੇਵ ਜੀ ਝੰਡੇ ਵਾਢੀ ਨੂੰ ਤੇ ਇੰਦਰ ਸੈਨ ਨੂੰ ਕਹਿਣ ਲੱਗੇ ਕਿ ਭਾਈ ਜਿਨ੍ਹਾਂ ਦੇ ਵਿੱਚ ਇਹ ਧਰਮ ਦੇ ਸ਼ੁਭ ਗੁਣ ਨਹੀਂ ਹੈ, ਉਹਨਾਂ ਦੇ ਫਿਰ ਸਾਰੇ ਕੀਤੇ ਗਏ ਉਦਮ ਉਪਰਾਲੇ ਵਿਅਰਥ ਹਨ। ਕਿਉਂਕਿ ਉਹ ਲੋਕ ਜਿਹੜੇ ਸੰਸਾਰ ਦੇ ਪਦਾਰਥਾਂ ਦੇ ਵਿੱਚ ਹੀ ਲਿਪਟੇ ਚਿੰਬੜੇ ਰਹਿੰਦੇ ਹਨ ਸਦਾ ਹੀ। ਇਸ ਕਰਕੇ ਭਾਈ ਅਸੀਂ ਪਹਿਲਾਂ ਤੁਹਾਡੀ ਪਰਖ ਕਰਕੇ ਫਿਰ ਅਸੀਂ ਵਿਚਾਰ ਕਰਕੇ ਤੁਹਾਨੂੰ ਸਤ ਧਰਮ ਦਾ ਉਪਦੇਸ਼ ਦੇਵਾਂਗੇ। ਤੇ ਜੇਕਰ ਤੁਹਾਡਾ ਹਿਰਦਾ ਸ੍ਰੇਸ਼ਟ ਹੈ, ਤੁਸੀਂ ਸਖੀ ਦਾਤੇ ਹੋ, ਤੇ ਸਭ ਕੁਝ ਆਪਣਾ ਸਾਨੂੰ ਅਰਪਣ ਕਰ ਦਿਓ। ਉਸ ਤੋਂ ਬਾਅਦ ਹੀ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ। ਉਸ ਵੇਲੇ ਕਹਿਣ ਲੱਗੇ ਮਹਾਰਾਜ ਸਾਡਾ ਜਿੰਨਾ ਧਨ ਧਾਨ ਘਰ-ਬਾਰ ਜਿੰਨੇ ਵੀ ਪਦਾਰਥ ਹਨ, ਮਹਾਰਾਜ ਆਪਣੇ ਘਰ ਦੇ ਸਮੇਤ ਸਭ ਕੁਝ ਤੁਹਾਡੇ ਚਰਨਾਂ ਵਿੱਚ ਅਸੀਂ ਅਰਪਣ ਕਰਦੇ ਹਾਂ। ਮਹਾਰਾਜ ਅਸੀਂ ਇਹਨਾਂ ਵਿੱਚੋਂ ਹੁਣ ਕੋਈ ਵੀ ਚੀਜ਼ ਵਾਪਸ ਗ੍ਰਹਿਣ ਨਹੀਂ ਕਰਾਂਗੇ। ਜੋ ਵੀ ਸਾਡਾ ਸਰਬੰਸ ਸਭ ਕੁਝ ਹੈ ਉਹ ਅਸੀਂ ਤੁਹਾਨੂੰ ਦੇ ਦਿੱਤਾ। ਸੁੱਖਾਂ ਦੇ ਖਜ਼ਾਨੇ ਸਤਿਗੁਰੂ ਜੀ ਫਿਰ ਮੁਖੋਂ ਬੋਲੇ। ਕਹਿੰਦੇ ਭਾਈ ਤੁਸੀਂ ਧਨ ਪਦਾਰਥ ਸਭ ਕੁਝ ਸਾਨੂੰ ਦੇ ਦਿੱਤਾ, ਹੁਣ ਤੁਹਾਡੇ ਕੋਲ ਬਾਕੀ ਕੀ ਰਹਿ ਗਿਆ? ਇਹਨਾਂ ਨੇ ਵਿਚਾਰ ਕਰਕੇ ਧੀਰਜ ਦੇ ਸਹਿਤ ਉੱਤਰ ਦਿੱਤਾ। ਕਹਿੰਦੇ ਮਹਾਰਾਜ ਬਾਕੀ ਸਭ ਕੁਝ ਤੁਹਾਨੂੰ ਦੇ ਦਿੱਤਾ, ਸਾਡੇ ਕੋਲ ਤਾਂ ਇਕੱਲਾ ਸਰੀਰ ਹੀ ਹੈ ਸਾਡਾ, ਹੋਰ ਕੁਝ ਨਹੀਂ ਹੈ, ਹੋਰ ਕੋਈ ਵਸਤੂ ਸਾਡੇ ਕੋਲ ਨਹੀਂ। ਫਿਰ ਬੇਦੀ ਕੁਲ ਦੇ ਦੀਪਕ ਸਤਿਗੁਰੂ ਜੀ ਬੋਲੇ। ਕਹਿੰਦੇ ਭਾਈ ਮਨ ਦੇ ਵਿੱਚ ਵਿਚਾਰ ਕਰਕੇ ਦੇਖੋ, ਜਿਹੜਾ ਸਰੀਰ ਆ ਨਾ ਇਹ ਸਦਾ ਸਥਿਰ ਰਹਿਣ ਵਾਲਾ ਨਹੀਂ, ਸਦਾ ਹੀ ਕਾਇਮ ਦائم ਰਹਿਣ ਵਾਲਾ ਨਹੀਂ। ਇਸ ਕਰਕੇ ਭਾਈ ਝੂਠਾ ਇਹ ਸਰੀਰ ਇਹਨੂੰ ਵੀ ਸਾਡੇ ਸਮਰਪਣ ਕਰ ਦਿਓ, ਭੇਟ ਚੜਾਓ। ਉਸ ਤੋਂ ਬਾਅਦ ਸਾਡੇ ਤੋਂ ਗਿਆਨ ਸਰਵਣ ਕਰਿਓ। ਉਸ ਵੇਲੇ ਧੀਰਜ ਦੇ ਸਹਿਤ ਜਿਹੜੇ ਦੋਵੇਂ ਝੰਡਾ ਵਾਢੀ ਤੇ ਇੰਦਰ ਸੈਨ ਹੈ, ਸਤਿਗੁਰੂ ਜੀ ਦੀ ਆਗਿਆ ਮੰਨ ਕੇ ਆਪਣਾ ਜਿਹੜਾ ਸਰੀਰ ਹੈ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਕਰ ਦਿੱਤਾ।
ਸਤਿਗੁਰੂ ਪੁੱਛਦੇ ਆ, ਕਹਿੰਦੇ ਭਾਈ ਹੁਣ ਤੁਹਾਡੇ ਕੋਲ ਕੀ ਰਹਿ ਗਿਆ ਬਾਕੀ? ਕਹਿੰਦੇ ਜਲਦੀ ਬੋਲ ਕੇ ਸਾਨੂੰ ਬਚਨ ਕਰਕੇ ਦੱਸ ਦਿਓ। ਸੁਣ ਕੇ ਉਸ ਵੇਲੇ ਦੋਨਾਂ ਨੇ ਬਚਨ ਆਖਿਆ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਤਾਂ ਸਾਡੇ ਕੋਲ ਸਿਰਫ ਅੰਤਸ਼ਕਰਨ ਹੀ ਰਹਿ ਗਿਆ, ਅੰਤःਕਰਨ ਰਹਿ ਗਿਆ। ਚਾਰ ਚੀਜ਼ਾਂ ਦਾ ਸਮੁਦਾਇ ਹੈ ਅੰਤःਕਰਨ। ਧਰਮ ਗ੍ਰੰਥਾਂ ਵਿੱਚ ਵਿਦਾਂਤ ਵਿੱਚ ਇਹ ਡੂੰਘੀ ਵਿਚਾਰ ਆ ਥੋੜ੍ਹੀ ਜਿਹੀ ਆਉਂਦੀ ਆ ਕਿ ਜਿਹੜਾ ਸਾਡਾ ਅੰਤਸ਼ਕਰਨ ਹੈ ਉਹ ਮਨ, ਬੁੱਧ, ਚਿੱਤ ਅਤੇ ਹਉਮੈ ਭਾਵ ਅਹੰਕਾਰ ਦਾ ਸਮੁਦਾਇ ਹੈ। ਚਾਰਾਂ ਦਾ ਗਰੁੱਪ ਇਕੱਠ ਹੈ, ਉਹਨੂੰ ਅੰਤਸ਼ਕਰਨ ਕਿਹਾ ਜਾਂਦਾ। ਕਹਿੰਦੇ ਮਹਾਰਾਜ ਆਹ ਚਾਰ ਚੀਜ਼ਾਂ ਦਾ ਸਮੁਦਾਇ ਸਿਰਫ ਅੰਤਸ਼ਕਰਨ ਸਾਡੇ ਕੋਲ ਬਾਕੀ ਹੈ। ਇਸ ਕਰਕੇ ਮਹਾਰਾਜ ਹੋਰ ਦੂਜੀ ਤੀਜੀ ਸਾਡੇ ਕੋਲ ਕੋਈ ਵਸਤੂ ਨਹੀਂ। ਮਹਾਰਾਜ ਜੋ ਸਾਡੇ ਕੋਲ ਹੈ ਉਹ ਅਸੀਂ ਦੱਸ ਦਿੱਤਾ ਕਹਿ ਕੇ। ਸੁਗੜ ਸਜਾਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਬੋਲੇ। ਕਹਿੰਦੇ ਭਾਈ ਜਿਹੜਾ ਅੰਤਸ਼ਕਰਨ ਕਹਿੰਦੇ ਆ ਨਾ ਤੁਸੀਂ, ਮਨ, ਬੁੱਧੀ, ਚਿੱਤ ਤੇ ਹੰਕਾਰ, ਇਹ ਵੀ ਪੰਜਾਂ ਤੱਤਾਂ ਦਾ ਹੀ ਬਣਿਆ ਹੋਇਆ ਹੈ। ਕਿਉਂਕਿ ਇਹਨਾਂ ਦਾ ਜਿਹੜਾ ਕਾਰਨ ਹੈ ਉਹ ਅਸਤ ਹੈ, ਝੂਠ ਹੈ। ਪੰਜ ਤੱਤ ਜਿਹੜੇ ਝੂਠ ਹਨ ਤੇ ਇਸ ਕਾਰਨ ਤੋਂ ਜਿਹੜਾ ਕਾਰਜ ਹੋਇਆ ਹੈ, ਪੰਜਾਂ ਤੱਤਾਂ ਤੋਂ ਜਿਹੜਾ ਮਨ, ਬੁੱਧ, ਚਿੱਤ, ਹੰਕਾਰ ਬਣਿਆ ਹੋਇਆ ਹੈ, ਮਾਇਆ ਸਬਲ ਹੋ ਕੇ ਸਤੋ ਗੁਣ ਦੇ ਸਹਿਤ ਹੋ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵੀ ਸੱਚ ਨਾ ਜਾਣੋ, ਇਹ ਵੀ ਝੂਠਾ ਹੈ। ਇਸ ਕਰਕੇ ਜੋ ਤੁਹਾਡਾ ਅੰਤਸ਼ਕਰਨ ਹੈ ਉਹ ਵੀ ਸਾਨੂੰ ਅਰਪਣ ਕਰ ਦਿਓ, ਸਾਡੇ ਚਰਨਾਂ ਵਿੱਚ ਭੇਟਾ ਕਰਕੇ ਤੇ ਹਿਰਦੇ ਵਿੱਚੋਂ ਭੁੱਲ ਜਾਓ। ਫਿਰ ਕਹਿੰਦੇ ਤੁਸੀਂ ਗਿਆਨ ਆਨੰਦ ਦੇ ਵਿੱਚ ਸਮਾ ਜਾਓਗੇ। ਫਿਰ ਵੀ ਜੇ ਤੁਹਾਡੇ ਕੋਈ ਸ਼ੰਕਾ ਹੋਵੇ, ਕੋਈ ਸਵਾਲ ਹੋਵੇ, ਸਾਨੂੰ ਦੱਸੋ। ਇਸ ਪ੍ਰਕਾਰ ਸਤਿਗੁਰੂ ਨੇ ਜਦੋਂ ਬੋਲਿਆ, ਇਹਨਾਂ ਨੇ ਆਪਣਾ ਅੰਤਸ਼ਕਰਨ, ਮਨ, ਬੁੱਧੀ, ਚਿੱਤ, ਹੰਕਾਰ ਉਹ ਵੀ ਸਤਿਗੁਰੂ ਨੂੰ ਸੌਂਪ ਦਿੱਤਾ। ਜਦੋਂ ਤਨ, ਮਨ ਅਤੇ ਧਨ ਤਿੰਨੇ ਚੀਜ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਨੇ ਸਮਰਪਿਤ ਕਰ ਦਿੱਤੀਆਂ, ਚੜ੍ਹਾ ਦਿੱਤੀਆਂ। ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਬੋਲੇ। ਕਹਿੰਦੇ ਭਾਈ ਜੇਕਰ ਕੋਈ ਵੀ ਸ਼ੰਕਾ, ਕੋਈ ਵੀ ਭਰਮ ਭੁਲੇਖਾ ਤੁਹਾਡੇ ਹਿਰਦੇ ਵਿੱਚ ਹੋਵੇ, ਕਹਿੰਦੇ ਉਹ ਸਾਡੇ ਸਾਹਮਣੇ ਕਹਿ ਦਿਓ, ਉਹਦਾ ਉੱਤਰ ਲੈ ਲਓ। ਉਸ ਵੇਲੇ ਦੋਵਾਂ ਨੇ ਮਨ ਦੇ ਵਿੱਚ ਇਹ ਸੰਕਲਪ, ਇਹ ਨਿਸ਼ਚਾ, ਇਹ ਨਿਰਣਾ ਜਾ ਕੀਤਾ, ਜਿਹੜਾ ਇਹ ਮਨ ਦਾ ਧਰਮ ਹੈ। ਜਦੋਂ ਇਹਨਾਂ ਨੇ ਮਨ ਦੇ ਵਿੱਚ ਕੋਈ ਨਿਸ਼ਚਾ ਕੀਤਾ, ਨਾ ਕੋਈ ਸੰਕਲਪ ਜਾਂ ਸੋਚਣ ਲੱਗੇ, ਕਿਉਂਕਿ ਸੰਕਲਪਾਂ ਤੇ ਵਿਕਲਪਾਂ ਦਾ ਸਮੂਹ ਉਹਨੂੰ ਮਨ ਕਿਹਾ ਜਾਂਦਾ। ਮਨ ਸਰੀਰ ਦੇ ਵਿੱਚ ਕੋਈ ਅੰਗ ਨਹੀਂ ਹੈ ਜਿਹੜਾ ਆਪਾਂ ਕਹਿੰਦੇ ਆ ਨਾ ਵੀ ਫਲਾਣੇ ਕੰਮ ਨੂੰ ਮੇਰਾ ਮਨ ਕਰਦਾ ਹੈ, ਫਲਾਣੇ ਨੂੰ ਮੇਰਾ ਮਨ ਨਹੀਂ ਕਰਦਾ। ਅੱਜ ਮੇਰਾ ਮਨ ਮੰਨਦਾ ਹੈ, ਅੰਮ੍ਰਿਤ ਛਕਣ ਨੂੰ ਮੇਰਾ ਮਨ ਨਹੀਂ ਮੰਨਦਾ, ਗੁਰਬਾਣੀ ਪੜ੍ਹਨ ਨੂੰ ਮੇਰਾ ਮਨ ਮੰਨਦਾ, ਸੰਗਤ ਕਰਨ ਨੂੰ ਮਨ। ਜਿਹੜਾ ਮਨ ਮੰਨਣਾ ਜਾਂ ਨਾ ਮੰਨਣਾ, ਇਹ ਮਨ ਕੀ ਹੈ? ਡਾਕਟਰਾਂ ਨੇ, ਸਾਇੰਸਦਾਨਾਂ ਨੇ ਸਰੀਰਾਂ ਦੀ ਚੀਰ ਫਾੜ ਕਰਕੇ ਸਾਧ ਸੰਗਤ ਜੀ ਇਕੱਲਾ ਇਕੱਲਾ ਅੰਗ ਕੱਢ ਕੇ ਸਾਡੇ ਸਾਹਮਣੇ ਦਿਖਾ ਦਿੱਤਾ ਵੀ ਆਹ ਸਰੀਰ ਦਾ ਆਹ ਅੰਗ ਹੁੰਦਾ, ਇਹਦਾ ਆਹ ਕੰਮ ਹੁੰਦਾ, ਆਹ ਵਰਕ ਕਰਦਾ। ਪਰ ਕੀ ਅੱਜ ਤੱਕ ਕੋਈ ਸਾਇੰਸਦਾਨ, ਕੋਈ ਡਾਕਟਰ ਮਨ ਕੱਢ ਕੇ ਦਿਖਾ ਸਕਿਆ ਵੀ ਮਨ ਇਹੋ ਜਿਹੇ ਰੰਗ ਦਾ ਹੁੰਦਾ ਜਾਂ ਇਹੋ ਜਿਹੇ ਆਕਾਰ ਦਾ ਹੁੰਦਾ? ਕਿਉਂਕਿ ਮਨ ਕੋਈ ਅੰਗ ਨਹੀਂ ਹੈ। ਧਰਮ ਗ੍ਰੰਥ ਕਹਿੰਦਾ ਹੈ ਸੰਕਲਪੋ ਵਿਕਲਪੋ ਹੀ ਮਨੰ। ਸੰਕਲਪਾਂ ਵਿਕਲਪਾਂ ਦਾ ਜਿਹੜਾ ਸਮੂਹ, ਚੰਗੇ ਮਾੜੇ ਜਿਹੜੇ ਵਿਚਾਰ ਆ ਨਾ, ਉਹਨੂੰ ਮਨ ਕਿਹਾ ਜਾਂਦਾ। ਜਦੋਂ ਇਹ ਸੰਕਲਪ ਜਾਂ ਸੋਚਣ ਲੱਗੇ, ਕੋਈ ਵਿਚਾਰ ਮਨ ਵਿੱਚ ਸੋਚਣ ਲੱਗੇ, ਤੇ ਮਨ ਦਾ ਧਰਮ ਹੈ ਵਿਚਾਰ ਕਰਨੀ, ਸੰਕਲਪ ਵਿਕਲਪ ਕਰਨਾ। ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਨ ਤੋਂ ਹਮੇ ਸਮਰਪਣ ਕੀਨੋ। ਕਹਿੰਦੇ ਤੁਸੀਂ ਸੰਕਲਪ ਵਿਕਲਪ
ਨਿਰਣਾ ਕਾਹਦਾ ਕਰਦੇ ਹੋ? ਮਨ ਤਾਂ ਤੁਸੀਂ ਸਾਨੂੰ ਸੌਂਪ ਚੁੱਕੇ ਹੋ। ਨਿਜ ਕਾਰਜਿਤ ਕਿਉ ਪੁਨ ਲੀਨ। ਫਿਰ ਕਹਿੰਦੇ ਆਪਣੇ ਕੰਮ ਵਾਸਤੇ ਮਨ ਨੂੰ ਹੁਣ ਕਿਉਂ ਵਰਤਦੇ ਹੋ? ਗੁਰੂ ਭੇਟ ਦੇ ਵਤ ਜੋ ਜਨ। ਜਿਹੜੀ ਵਸਤੂ ਕੋਈ ਭਗਤ ਕੋਈ ਸਿੱਖ ਆਪਣੇ ਗੁਰੂ ਨੂੰ ਭੇਟਾ ਕਰ ਦੇਵੇ, ਉਹਨਾਂ ਤੇ ਸੰਗ ਨ ਕਰੋ ਪ੍ਰਯੋਜਨ। ਉਸ ਵਸਤੂ ਦੇ ਨਾਲ ਫਿਰ ਕਹਿੰਦੇ ਭੇਟਾ ਦੇਣ ਵਾਲੇ ਦਾ ਕੋਈ ਪ੍ਰਯੋਜਨ ਨਹੀਂ ਰਹਿ ਜਾਂਦਾ, ਉਹਦੇ ਨਾਲ ਕੋਈ ਤਾਲੁਕਾਤ ਨਹੀਂ ਰਹਿੰਦਾ। ਮੈਂ ਸੰਕਲਪ ਉਠਾਵੋ ਕੋ। ਇਸ ਕਰਕੇ ਕਿਸੇ ਪ੍ਰਕਾਰ ਦਾ ਸੰਕਲਪ ਨਾ ਕੋਈ ਉਠਾਓ। ਜੇ ਜੇ ਕਰਨ ਲਗੇ ਪੁਨ ਦੋ। ਉਸ ਵੇਲੇ ਇਹ ਮਨ ਦੇ ਵਿੱਚ ਨਿਰਣਾ ਜਾ ਕਰਨ ਲੱਗੇ। ਜੈ ਸੋ ਸਤ ਬਚਨ ਸੁਖ ਕਰ ਸੋ ਕਰ ਕੋ। ਇਹ ਤਾਂ ਸੁੱਖਾਂ ਦੇ ਦਾਤੇ ਸਤਿਗੁਰੂ ਦੇ ਸੱਚੇ ਬਚਨ ਹਨ। ਮਨ ਹਮ ਕੀਨ ਸਮਰਪਣ ਗੁਰ ਕੋ। ਕਿਉਂਕਿ ਅਸੀਂ ਤਾਂ ਮਨ ਪਹਿਲਾਂ ਹੀ ਗੁਰੂ ਨੂੰ ਸਮਰਪਿਤ ਕਰ ਚੁੱਕੇ ਹਾਂ। ਲਗਤ ਨਵਰ ਕੀ ਪੰਕਜ ਨੈਨਾ। ਉਸ ਵੇਲੇ ਸਤਿਗੁਰੂ ਨੇ ਉਹਨਾਂ ਦੇ ਹਿਰਦੇ ਦੀ ਜਾਣ ਕੇ ਸ੍ਰੀ ਮੁਖ ਤੇ ਉਤਰੇ ਰਹਿਣਾ। ਆਪਣੇ ਸ਼ੋਭਾ ਵਾਲੇ ਮੁਖਾਰ ਬਿੰਦ ਤੋਂ ਇਉਂ ਬਚਨ ਉਚਾਰੇ। ਆਤਮ ਨੇਚਾ ਤਾਰਤ ਜੋ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਹੁਣ ਤੁਸੀਂ ਆ ਨਿਸ਼ਚਾ ਮਨ ਦੇ ਵਿੱਚ ਕੋਈ ਨਿਰਣਾ ਧਾਰਨ ਕਰ ਰਹੇ ਹੋ, ਜੈ ਤੋ ਧਰਮ ਬੁੱਧ ਹੈ ਕੋ। ਇਹ ਤਾਂ ਬੁੱਧੀ ਦਾ ਧਰਮ ਹੈ। ਕਿਉਂਕਿ ਬੁੱਧੀ ਨਿਰਣਾ ਕਰਦੀ ਹੈ ਵੀ ਕੀ ਚੰਗਾ ਹੈ ਕੀ ਮਾੜਾ ਹੈ। ਇਹ ਤਾਂ ਬੁੱਧੀ ਦਾ ਧਰਮ ਹੈ, ਬੁੱਧੀ ਦਾ ਕੰਮ ਹੈ। ਸੋ ਦੀਨੀ ਗੁਰ ਦਕਸ਼ਣ ਮਾਹੀ। ਉਹ ਜਿਹੜੀ ਬੁੱਧੀ ਹੈ ਤੁਸੀਂ ਪਹਿਲਾਂ ਹੀ ਗੁਰੂ ਨੂੰ ਦਕਸ਼ਣਾ ਦੇ ਵਿੱਚ ਦੇ ਚੁੱਕੇ ਹੋ। ਆਤਮ ਧਰਮ ਗਉ ਤੇ ਕਾਹੀ। ਤੇ ਹੁਣ ਕਹਿੰਦੇ ਤੁਸੀਂ ਬੁੱਧੀ ਦਾ ਧਰਮ ਕਿਉਂ ਫੜਿਆ ਹੋਇਆ, ਕਿਉਂ ਆਪਣੀ ਬੁੱਧੀ ਨਾਲ ਸੋਚ ਰਹੇ ਹੋ? ਸੁਨ ਇਹ ਦੋਨੋਂ ਚਿਤ ਮਨ ਲਾਗੇ। ਇਉਂ ਸੁਣ ਕੇ ਸਤਿਗੁਰੂ ਜੀ ਦੇ ਬਚਨਾਂ ਨੂੰ ਦੋਵੇਂ ਮਨ ਦੇ ਵਿੱਚ ਚਿਤਵਨੀ ਜੀ ਚਿਤਵਣ ਲੱਗੇ। ਜਿਨਕੇ ਵੱਡੇ ਭਾਗ ਜਗ ਜਾਗੇ। ਜਿਸ ਝੰਡੇ ਵਾਢੀ ਤੇ ਇੰਦਰ ਸੈਨ ਦੇ ਜਗਤ ਵਿੱਚ ਵੱਡੇ ਭਾਗ ਜਾਗੇ ਹਨ। ਗੁਰ ਕੈ ਜੋ ਚਿਤ ਮਨ ਧਾਰੀ। ਜਦੋਂ ਇਹਨਾਂ ਨੇ ਮਨ ਵਿੱਚ ਚਿਤਵਨੀ ਜੀ ਸੋਚੀ ਤੇ ਸਤਿਗੁਰੂ ਕਹਿਣ ਲੱਗੇ, ਜਗੀ ਤਰਨ ਹੈ ਚਿਤ ਮਜਾਰੀ। ਕਹਿੰਦੇ ਭਾਈ ਇਹ ਜਿਹੜੀ ਚਿਤਵਨੀ ਹੈ ਨਾ, ਮਨ ਦੇ ਵਿੱਚ ਕੋਈ ਸੋਚਣੀ ਹੈ, ਇਹ ਤਾਂ ਚਿੱਤ ਦਾ ਧਰਮ ਹੈ। ਸੋ ਵੀ ਹਮ ਕੋ ਤੁਮਨੇ ਦੀਨੋ। ਤੇ ਤੁਹਾਨੂੰ ਯਾਦ ਹੋਵੇ ਵੀ ਉਹ ਚਿੱਤ ਵੀ ਤੁਸੀਂ ਸਾਨੂੰ ਸਮਰਪਿਤ ਕਰ ਚੁੱਕੇ ਹੋ। ਹੋਰ ਮੈਂ ਚਿਤਵਨ ਕੀਨੋ। ਕਿਉਂ ਹੁਣ ਹਿਰਦੇ ਵਿੱਚ ਚਿਤਵਨੀ ਚਿਤਵਦੇ ਹੋ? ਔਰ ਵਿਚਾਰਤ ਹਮੈ ਦੋ। ਫਿਰ ਇਹ ਹਉਮੈ ਦੇ ਸਹਿਤ ਮਨ ਦੇ ਵਿੱਚ ਵਿਚਾਰ ਕਰਨ ਲੱਗੇ। ਮਨ ਬੁੱਧ ਚਿਤ ਅਰਪੇ ਹਮ ਸੋ। ਬਈ ਅਸੀਂ ਤਾਂ ਮਹਾਨ ਸਿੱਖ ਬਣ ਗਏ, ਅਸੀਂ ਆਪਣੀ ਮਨ ਬੁੱਧੀ ਚਿੱਤ ਸਤਿਗੁਰੂ ਨੂੰ ਸਮਰਪਿਤ ਕਰ ਦਿੱਤਾ ਹੈ, ਅਸੀਂ ਡੈਡੀਕੇਟ ਕਰ ਦਿੱਤਾ ਹੈ। ਅੰਤ ਗੁਰੂ ਹਮੈ ਤੁਮ ਕੀਨੀ। ਉਸ ਵੇਲੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਆਪਣੇ ਮਨ ਦੇ ਵਿੱਚ ਹਉਮੈ ਕੀਤੀ ਹੈ। ਸੋ ਤਉ ਹਮ ਕੋ ਧੂਲ ਬਦੀਨੀ। ਤੇ ਜਦੋਂ ਤੁਸੀਂ ਅੰਤਸ਼ਕਰਣੀ ਦੇਤਾ ਮਨ ਬੁੱਧੀ ਚਿੱਤ ਦੇ ਨਾਲ ਹਉਮੈ ਵੀ ਤੁਸੀਂ ਸਾਡੇ ਚਰਨਾਂ ਵਿੱਚ ਭੇਟ ਕਰ ਚੁੱਕੇ ਹੋ। ਹੁਣ ਈਗੋ ਵਾਸਤੇ ਹਉਮੈ ਵਾਸਤੇ ਤੁਹਾਡੇ ਮਨ ਵਿੱਚ ਕੋਈ ਜਗ੍ਹਾ ਨਹੀਂ। ਅੰਤੈ ਕਰਨ ਸਰੂਪ ਸੁਚਾਰ। ਕਿਉਂਕਿ ਅੰਤਸ਼ਕਰਨ ਦਾ ਹੀ ਇਹ ਚਾਰੇ ਚੀਜ਼ਾਂ ਸਰੂਪ ਹਨ। ਸੋਦੇ ਡਾਰੇ ਹਿਰਦੈ ਵਿਸਾਰ। ਉਹ ਤੁਸੀਂ ਸਾਨੂੰ ਦੇ ਚੁੱਕੇ ਹੋ, ਹੁਣ ਇਹ ਭੁੱਲ ਜਾਓ ਦਿਲ ਦੇ ਵਿੱਚੋਂ। ਇਹਦੇ ਪਰੇ ਜੋ ਵੈ ਸੁਨਦੇਵ। ਇਹਨਾਂ ਤੋਂ ਪਾਸੇ ਜੇਕਰ ਕੋਈ ਸ਼ੰਕਾ ਹੈ, ਕਉ ਹਮ ਸੋ ਉੱਤਰ ਬਲੇਵ। ਉਹ ਸਾਡੇ ਤਾਂ ਹੀ ਕਹੋ ਤੇ ਸਾਡੇ ਤੋਂ ਉੱਤਰ ਲੈ ਲਓ। ਇਹ ਪ੍ਰਕਾਰ ਕੇ ਸੁਨ ਕਰ ਬੈਨਾ। ਇਸ ਪ੍ਰਕਾਰ ਦੇ ਬਚਨ ਸੁਣ ਕੇ ਕਰੈ ਵਿਚਾਰ ਸੁਤਿੰਦਰ ਸੈਨਾ। ਸੋ ਝੰਡਾ ਵਾਢੀ ਅਤੇ ਜਿਹੜਾ ਇੰਦਰ ਸੈਨ ਹੈ ਉਹ ਵਿਚਾਰ ਕਰਦੇ ਹਨ। ਲੱਗੀ ਸੁਨਾਦਾ। ਉਸ ਵੇਲੇ ਸਾਧ ਸੰਗਤ ਜੀ ਜਦੋਂ ਇਹਨਾਂ ਨੇ ਵਿਚਾਰ ਲਿਆ ਕਿ ਅਸੀਂ ਤਨ ਮਨ ਧਨ ਸਭ ਕੁਝ ਗੁਰੂ ਨੂੰ ਸੌਂਪ ਚੁੱਕੇ ਹਾਂ, ਜਿਵੇਂ ਆਪਾਂ ਪੜ੍ਹਦੇ ਹਾਂ ਨਾ ਆਨੰਦ ਸਾਹਿਬ ਦੇ ਵਿੱਚ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ। ਜਦੋਂ ਇਹਨਾਂ ਨੇ ਗੁਰੂ ਦਾ ਹੁਕਮ ਮੰਨਿਆ ਉਸ ਵੇਲੇ ਇਹਨਾਂ ਉੱਤੇ ਕਿਰਪਾ ਹੋਈ, ਸਮਾਧੀ ਸਥਿਤ ਹੋ ਗਏ। ਆਤਮ ਰੂਪ ਵਾਦਾ। ਤੇ ਜਿਹੜਾ ਇਹਨਾਂ ਦਾ ਆਤਮ ਸਰੂਪ ਹੈ ਅਵਾਧਾ, ਜਿਹਦਾ ਕਦੇ ਬਾਧ ਨਹੀਂ ਹੁੰਦਾ, ਕੱਟਿਆ ਨਹੀਂ ਜਾ ਸਕਦਾ, ਛੇਦਿਆ ਨਹੀਂ ਜਾ ਸਕਦਾ, ਨਾਸ਼ ਨਹੀਂ ਕੀਤਾ ਜਾ ਸਕਦਾ, ਉਸ ਵਾਹਿਗੁਰੂ ਦੇ ਸਰੂਪ ਦੇ ਵਿੱਚ ਲਿਵ ਲੀਨ ਹੋ ਗਏ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦੇ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਬੋਲੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ
ਚਲੋ ਭਾਈ ਹੁਣ ਆਪਾਂ ਭੋਜਨ ਛਕ ਲਈਏ। ਮੈਂ ਆਇ ਸਕੋ ਪਾਏ ਵਰਤਾਰਾ। ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰੂ ਜੀ ਦੀ ਆਗਿਆ ਪਾ ਕੇ ਉਹ ਭੋਜਨ ਵਰਤਾਇਆ। ਸ੍ਰੀ ਗੁਰੂ ਸਾਹਿਬ ਨਿਜ ਕਰ ਮੈਂ ਦੀਨੋ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਲੰਗਰ ਪ੍ਰਸ਼ਾਦਾ ਆਪਣੇ ਹੱਥ ਵਿੱਚ ਲਿਆ। ਭਗਤ ਜਾਣੈ ਨਿਜ ਚਰਨ ਕੀਨੋ। ਆਪਣੇ ਭਗਤ ਜਾਣ ਕੇ ਭਾਈ ਝੰਡੇ ਵਾਢੀ ਨੂੰ ਸਤਿਗੁਰੂ ਨੇ ਪ੍ਰੇਮ ਨਾਲ ਛਕਿਆ। ਏਕੋ ਸੰਤ ਹੋਏ ਜੇ ਤਾਈ। ਕਿਉਂਕਿ ਜੇਕਰ ਕੋਈ ਚੰਗਾ ਸਾਧੂ ਮਹਾਤਮਾ ਚੰਗੀ ਕਰਨੀ ਕਮਾਈ ਵਾਲਾ ਕਿਸੇ ਥਾਂ ਮਿਲ ਜਾਂਦਾ ਸੀ, ਏ ਨਾਮ ਪ੍ਰਭੂ ਜੀ ਭੋਜਨ ਖਾਈ। ਉੱਥੇ ਉੱਥੇ ਹੀ ਸਤਿਗੁਰੂ ਨਾਨਕ ਦੇਵ ਜੀ ਭੋਜਨ ਪ੍ਰਸ਼ਾਦਾ ਛਕਦੇ ਸਨ। ਨਾਦਰ ਪਾਉਣ ਆਰੀ ਰਹੀ। ਨਹੀਂ ਤਾਂ ਸਤਿਗੁਰੂ ਜੀ ਪਾਉਣ ਆਹਾਰੀ ਰਹਿੰਦੇ ਸਨ, ਭੋਜਨ ਨਹੀਂ ਸਨ ਛਕਦੇ। ਖਾਣ ਪੀਣ ਦੀ ਕੋਈ ਬਹੁਤੀ ਬਿਰਤੀ ਨਹੀਂ ਸੀ। ਜੋ ਕਿਨ ਕਰਕੇ ਕਲਮ ਰਜਾਈ। ਜੋ ਸਤਿਗੁਰੂ ਜੀ ਆਪਣੇ ਦਾਸਾਂ ਦੇ ਸੇਵਾਦਾਰਾਂ ਦੇ ਸਾਰੇ ਪਾਪਾਂ ਨੂੰ ਦਹਿਨ ਕਰਨ ਵਾਲੇ, ਨਾਸ਼ ਕਰਨ ਵਾਲੇ ਹਨ। ਅਜਿ ਅਰਧ ਅਦਨ ਗੁਰੂ ਜਬਹੀ। ਜਦੋਂ ਅੱਧਾ ਕੁ ਭੋਜਨ ਸਤਿਗੁਰੂ ਸਾਹਿਬ ਜੀ ਨੇ ਛਕ ਲਿਆ, ਝੰਡੇ ਕੋ ਦੀਨੋ ਤਬਹੀ। ਬਾਕੀ ਰਹਿੰਦਾ ਜਿਹੜਾ ਭੋਜਨ ਸੀ, ਲੰਗਰ ਸੀ, ਭਾਈ ਝੰਡੇ ਨੂੰ ਦੇ ਦਿੱਤਾ। ਦੋਲਾ ਇਦ ਕਰ ਕੀਨੋ ਖਾਨ ਤੈਨ। ਉਸ ਵੇਲੇ ਸਤਿਗੁਰੂ ਜੀ ਦਾ ਸ਼ੀਤ ਪ੍ਰਸ਼ਾਦ ਜਾਣ ਕੇ ਬੜੇ ਪ੍ਰੇਮ ਦੇ ਨਾਲ ਝੰਡੇ ਵਾਢੀ ਨੇ ਛਕ ਲਿਆ। ਭੁੱਲ ਗਏ ਵਿਗਤ ਕਪਾਰ। ਬਸ ਫਿਰ ਕੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭੋਗ ਲੱਗਿਆ ਹੋਇਆ ਪ੍ਰਸ਼ਾਦਾ ਹੋਵੇ ਤੇ ਕਪਾਟ ਨਾ ਖੁੱਲਣ। ਝੰਡੇ ਵਾਢੀ ਦੇ ਉਸੇ ਵੇਲੇ ਕਪਾਟ ਖੁੱਲ ਕੇ ਬ੍ਰਹਮ ਗਿਆਨ ਹੋ ਗਿਆ ਇਸ ਨੂੰ। ਭਰਮ ਮੋਹ ਕੋ ਲਟ ਕੀਏ। ਸਾਰੇ ਪ੍ਰਕਾਰ ਦੇ ਜਿੰਨੇ ਭਰਮ ਸੀ, ਮੋਹ ਆਦਿਕ ਸਨ, ਸਤਿਗੁਰੂ ਜੀ ਨੇ ਨਸ਼ਟ ਕਰ ਦਿੱਤੇ। ਦਵੈਤ ਸੰਕਰ ਕਾਟ। ਦਵੈਤ ਦੇ ਜਿਹੜੇ ਸੰਗਲਾਂ ਦੇ ਨਾਲ ਜੀਵ ਵੱਜਿਆ ਹੋਇਆ ਝੰਡੇ ਵਾਢੀ ਦੇ ਸਾਰੇ ਹੀ ਕੱਟ ਦਿੱਤੇ। ਭਈ ਟੇਕੀ ਵਿਰਧ ਸਮਾਦ ਲਗਾਈ। ਬਿਰਤੀ ਟਿਕ ਗਈ, ਸਮਾਧੀ ਸਥਿਤ ਹੋ ਗਏ। ਆਯੋ ਬਦੇ ਨਾ ਸੁਧ ਤਨ ਖਾਈ। ਵਧੇ ਹੋ ਗਏ ਇਹ ਦੇਹੀ ਤੋਂ ਉੱਪਰ ਦੀ ਅਵਸਥਾ ਵਾਲੇ, ਤਨ ਦੀ ਕੋਈ ਸੁੱਧ ਨਾ ਰਹੀ ਝੰਡੇ ਵਾਢੀ ਨੂੰ ਤੇ ਇੰਦਰ ਸੈਨ ਨੂੰ। ਦੋਨੋਂ ਬੈਠੇ ਹੋਏ ਅਡੋਲਾ। ਬਿਲਕੁਲ ਅਡੋਲ ਹੋ ਕੇ ਬਿਨਾਂ ਹਿਲ ਜੁਲ ਤੋਂ ਐਨ ਇਕਾਗਰ ਹੋ ਕੇ ਬੈਠ ਗਏ। ਸੁਖ ਆਤਮ ਕੋ ਪਾਏ ਮੁੱਲਾ। ਆਤਮਾ ਦਾ ਜਿਹੜਾ ਅਮੋਲਕ ਸੁੱਖ ਹੈ ਇਹਨਾਂ ਨੇ ਪ੍ਰਾਪਤ ਕਰ ਲਿਆ। ਬੀਤੇ ਸੁਭਾਂਤੀ। 3 ਪਹਿਰ ਜਦੋਂ ਇਸ ਤਰੀਕੇ ਸਮਾਧੀ ਲੱਗਿਆ ਹੋਇਆ ਬਤੀਤ ਹੋ ਗਏ। 1 ਪਹਿਰ ਸਾਧ ਸੰਗਤ ਜੀ 3 ਘੰਟਿਆਂ ਦਾ ਹੁੰਦਾ ਤੇ 8 ਪਹਿਰ ਦਿਨ ਦੇ ਤੇ 8 ਪਹਿਰ ਰਾਤ ਦੇ ਹੁੰਦੇ ਆ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਜਦੋਂ 3 ਪਹਿਰ ਦਾ ਸਮਾਂ ਬਤੀਤ ਹੋਇਆ ਏਕ ਜਾਮ ਅਬ ਜਬ ਰਾਤੀ। ਤੇ 4 ਪਹਿਰਾਂ ਦੇ ਵਿੱਚੋਂ 4 ਪਹਿਰਾਂ ਦਾ ਦਿਨ ਤੇ 4 ਪਹਿਰਾਂ ਦੀ ਰਾਤ, 8 ਪਹਿਰਾਂ ਦਾ ਇੱਕ ਦਿਨ ਰਾਤ ਹੁੰਦਾ 24 ਘੰਟੇ। ਜਦੋਂ 1 ਪਹਿਰ 3 ਘੰਟੇ ਰਾਤ ਬਾਕੀ ਰਹਿ ਗਈ, ਅੰਮ੍ਰਿਤ ਵੇਲਾ ਹੋਇਆ। ਪਰ ਕੀਨੋ ਗੁਰੂ ਇਸ਼ਨਾਨਾ। ਸਤਿਗੁਰੂ ਸਾਹਿਬ ਜੀ ਉੱਠੇ ਅਤੇ ਇਸ਼ਨਾਨ ਕੀਤਾ। ਬਾਬਰ ਸ੍ਰੀ ਸੂਰਜ ਪ੍ਰਕਾਨਾ। ਉਸ ਤੋਂ ਬਾਅਦ ਦਿਨ ਦਾ ਚੜ੍ਹਾ ਹੋਇਆ ਸੂਰਜ ਦੇਵਤਾ ਜੀ ਪ੍ਰਗਟ ਹੋਏ। ਬੁਲਾਏ ਸਮਾਦ ਛੁਟਾਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੰਦਰ ਸੈਨ ਨੂੰ ਅਤੇ ਝੰਡੇ ਵਾਢੀ ਨੂੰ ਬੁਲਾ ਕੇ ਸਮਾਧੀ ਤੋਂ ਉਥਾਨ ਕੀਤਾ। ਮੰਦਰ ਗਿਰਾ ਬੋਲੇ ਜਬ ਸਾਈਂ। ਬਹੁਤ ਮਿੱਠੀ ਬੋਲੀ, ਬਹੁਤ ਮਿੱਠੇ ਬਾਚਨ ਜਗਤ ਦੇ ਸਾਈਂ ਸਤਿਗੁਰੂ ਨਾਨਕ ਦੇਵ ਜੀ ਬੋਲੇ। ਇੰਦਰ ਸੈਨ ਮੰਜੀ ਅਬਰਿਜੈ। ਇਹ ਭਾਈ ਇੰਦਰ ਸੈਨ, ਹੁਣ ਅਸੀਂ ਤੈਨੂੰ ਅੱਗੇ ਗੱਦੀ ਮੰਜੀ ਬਖਸ਼ਣ ਲੱਗੇ ਆ ਗੁਰਮੁਖਤਾਈ ਦੀ। ਇਹਨੂੰ ਗੁਰਤਾ ਗੱਦੀ ਦੀ ਮੰਜੀ ਨਾ ਜਾਣ ਲੈਣਾ, ਕਿਉਂਕਿ ਸਤਿਗੁਰੂ ਸਾਹਿਬ ਜੀ ਜਿੱਥੇ ਜਿੱਥੇ ਵੀ ਜਾਂਦੇ, ਜਿਸ ਭਾਵਨਾ ਵਾਲੇ ਗੁਰੂ ਕੇ ਸਿੱਖ ਨੂੰ ਦੇਖਦੇ, ਉਹਦੀ ਅਵਸਥਾ ਨੂੰ ਉੱਚੀ ਜਾਣ ਕੇ ਬ੍ਰਹਮ ਗਿਆਨ ਬਖਸ਼ਿਸ਼ ਕਰਕੇ ਉਹਨੂੰ ਅੱਗੇ ਮੰਜੀਦਾਰ ਥਾਪ ਦਿੰਦੇ ਸਨ ਕਿ ਲੈ ਭਾਈ ਹੁਣ ਅਸੀਂ ਅੱਗੇ ਚੱਲਣਾ, ਇਸ ਤੋਂ ਬਾਅਦ ਤੇਰੀ ਜ਼ਿੰਮੇਵਾਰੀ ਡਿਊਟੀ ਹੈ ਗੁਰੂ ਕੀਆਂ ਸੰਗਤਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਨਾ। ਇਉਂ ਗੁਰਮੁਖਤਾਈ ਦੀਆਂ ਬਖਸ਼ਿਸ਼ਾਂ, ਮੰਜੀਆਂ ਦੀਆਂ ਬਖਸ਼ਿਸ਼ਾਂ ਸਾਰੇ ਗੁਰੂ ਪਾਤਸ਼ਾਹਾਂ ਦੇ ਵੇਲੇ ਹੀ ਹੁੰਦੀਆਂ ਰਹੀਆਂ। ਜਿਵੇਂ ਤੀਜੇ ਪਾਤਸ਼ਾਹ ਵੇਲੇ ਆਪਾਂ ਆਮ ਸੁਣਦੇ ਹਾਂ ਇਤਿਹਾਸ ਦੇ ਵਿੱਚ ਕਿ ਸਤਿਗੁਰੂ ਜੀ ਨੇ 22 ਮੰਜੀਆਂ ਅਤੇ 52 ਪੀੜ੍ਹਿਆਂ ਦੀ ਬਖਸ਼ਿਸ਼ ਕੀਤੀ। 22 ਮੰਜੀਆਂ ਦੇ ਉੱਤੇ ਭਾਈ ਗੁਰਮਤਿ ਦਾ ਪ੍ਰਚਾਰ ਕਰਦੇ ਤੇ 52 ਪੀੜ੍ਹਿਆਂ ਦੇ ਉੱਤੇ ਸਤਿਕਾਰਯੋਗ ਬੀਬੀਆਂ ਗੁਰਮਤਿ ਦਾ ਪ੍ਰਚਾਰ ਕਰਦੀਆਂ। ਔਰ ਇਹਨਾਂ ਪ੍ਰਚਾਰਕ ਬੀਬੀਆਂ ਦੇ ਵਿੱਚੋਂ ਹੀ ਬਹੁਤ ਸਾਰੀਆਂ ਬੀਬੀਆਂ ਦੇ ਨਾਮ ਲਏ ਜਾ ਸਕਦੇ ਆ, ਜਿਨ੍ਹਾਂ ਵਿੱਚੋਂ ਮਾਈ ਸੇਵਾ ਦਾ ਨਾਮ ਪ੍ਰਮੁੱਖ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਜਾਂਦੇ ਆ, ਬਾਜ਼ਾਰ ਮਾਈ ਸੇਵਾ ਸਾਰੇ ਹੀ ਜਾਣਦੇ ਆ ਆਪਾਂ, ਉਸ ਮਾਤਾ ਦੇ ਨਾਮ ਦੇ ਉੱਤੇ ਬਣਿਆ ਹੋਇਆ। ਇੰਨੀ ਧਰਮ ਦੇ ਵਿੱਚ ਪਰਪੱਕ ਉਹ ਬੀਬੀ ਮਾਈ ਸੇਵਾ ਸੀ। ਆਪਣੇ ਛੋਟੇ ਜਿਹੇ ਨਵ ਜੰਮੇ ਬੱਚੇ ਨੂੰ ਪੰਘੂੜੇ ਦੇ ਵਿੱਚ ਪਾ ਕੇ ਕਾਬਲ ਛੱਡ ਕੇ ਆਉਣਾ
ਤੇ ਸੁਰਤੀ ਦੇ ਨਾਲ ਅੰਮ੍ਰਿਤਸਰ ਸਾਹਿਬ ਸੇਵਾ ਦੇ ਵਿੱਚ ਪਹੁੰਚਣਾ ਨਿੱਤਾ ਪ੍ਰਤੀ ਦਾ ਨੇਮ ਸੀ। ਸ਼ਾਮ ਨੂੰ ਸੇਵਾ ਕਰਕੇ ਫਿਰ ਵਾਪਸ ਜਾਣਾ। ਦਿਨ ਵੇਲੇ ਜਦੋਂ ਬੱਚੇ ਨੇ ਪੰਘੂੜੇ ਦੇ ਵਿੱਚ ਪਏ ਨੇ, ਕਿਤੇ ਰੋਣ ਦੀ ਆਵਾਜ਼ ਉਸ ਮਾਤਾ ਸੇਵਾ ਨੂੰ ਅੰਮ੍ਰਿਤਸਰ ਸਾਹਿਬ ਸੁਣਾਈ ਦਿੰਦੀ ਬੱਚੇ ਦੀ। ਧਿਆਨ ਇੰਨਾ ਪ੍ਰਪੱਕ ਸੀ ਤੇ ਆਪਣੇ ਧਿਆਨ ਦੇ ਨਾਲ ਹੀ ਨਾ ਜਿਹੜੀ ਸੇਵਾ ਵਾਲੀ ਟੋਕਰੀ ਸੀ ਉਹਨੂੰ ਐਉਂ ਹਲੂਣਾ ਦਿੰਦੀ ਤੇ ਉਧਰ ਬੱਚੇ ਦੇ ਪੰਘੂੜੇ ਨੂੰ ਹਲੂਣਾ ਆ ਜਾਂਦਾ ਸੀ, ਬੱਚਾ ਚੁੱਪ ਕਰ ਜਾਂਦਾ ਸੀ। ਇਹੋ ਜਿਹੀਆਂ ਉੱਚੇ ਜੀਵਨ ਵਾਲੀਆਂ ਬੀਬੀਆਂ ਨੂੰ ਸਤਿਗੁਰੂ ਸਾਹਿਬ ਜੀ ਨੇ ਪੀੜ੍ਹਿਆਂ ਦੀ ਬਖਸ਼ਿਸ਼ ਕੀਤੀ ਸੀ। 52 ਪੀੜ੍ਹੇ 22 ਮੰਜੀਆਂ। ਹੁਣ ਜਿਵੇਂ ਸਤਿਗੁਰੂ ਸਾਹਿਬ ਜੀ ਇਹ ਇੰਦਰਸੈਨ ਨੂੰ ਮੰਜੀ ਦੀ ਬਖਸ਼ਿਸ਼ ਕਰਨਗੇ, ਪਰ ਇਹਨੇ ਅੱਗੋਂ ਮਨਾ ਕਰ ਦੇਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਝੰਡੇ ਵਾਢੀ ਨੂੰ ਇਹ ਗੁਰਮੁਖਤਾਈ ਦੀ ਗੱਦੀ, ਗੁਰਮੁਖਤਾਈ ਦੀ ਮੰਜੀ ਬਖਸ਼ ਕੇ ਮੰਜੀ ਬਰਦਾਰ, ਗੁਰਮਤਿ ਦਾ ਪ੍ਰਚਾਰ, ਸਾਰੇ ਨਗਰ ਇਲਾਕੇ ਦਾ ਸਤਿਕਾਰਯੋਗ ਗੁਰੂ ਕਾ ਸਿੱਖ ਸੰਤ ਬਣਾਉਣਗੇ। ਇਹ ਰਹਿੰਦਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ